KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:08 ਹੋਏ ਨੇ। ਮੰਗਲਵਾਰ ਦਾ ਦਿਨ ਹੈ, 29 ਸਤੰਬਰ ਤੇ ਵਰ੍ਹਾ 2020 ਦਾ। 15 ਅੱਸੂ ਨਾਨਕ ਸੇ ਸੰਮਤ 552 ਨਿੱਘਾ ਹਾਰਦਿਕ ਸਵਾਗਤ ਹੈ। ਹੁਣ ਆਈਏ ਠੀਹੇ ਗੱਲ। ਅੱਜ ਦੀ ਲੋਕ ਸੱਥ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਗ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਪਹਿਲੇ ਹਿੱਸੇ ਕੁਝ ਸੁਣਾਉਣਾ ਖਬਰਾਂ ਤੋਂ ਬਾਅਦ ਕੁਝ ਘਟਨਾਵਾਂ ਜਿਹੜੀਆਂ ਵੋਟਾਂ ਵਾਲੀਆਂ ਹੋ ਰਹੀਆਂ ਉਸ ਦੀ ਗੱਲਬਾਤ। ਤੇ ਕੱਲ ਕਹਿੰਦੇ ਗੋਲੀ ਚੱਲੀ 82 ਤੇ ਸਕਾਟ ਰੋਡ ਤੇ। ਗੋਲੀ ਵੀ ਐਉਂ ਚੱਲੀ ਬਈ 8-9 ਇਕੱਠੀਆਂ ਚੱਲੀਆਂ ਕਾਰਾਂ ਬਦੋ ਬਦੀ ਬਰਾਬਰ। ਹੁਣ ਇਹ ਜਦ ਦਾ ਮੁੰਡੇ ਇਕਬਾਲ ਗਰੇਵਾਲ ਦਾ ਕਤਲ ਹੋਇਆ, ਇਹ ਹਲੇ ਹੁਣ ਸੌਖਾ ਨਹੀਂ ਕੰਮ, ਤੇ ਹੁਣ ਮੁਸ਼ਕਿਲਾਂ ਵੱਧ ਸਕਦੀਆਂ ਨੇ। ਕਿਉਂਕਿ ਜਦ ਉਹ ਕਹਿੰਦੇ ਇੱਕ ਮਰਦਾ ਹੈ ਦੂਜਾ ਫਾਹੇ ਲੱਗਦਾ ਹੈ, ਤੇ ਸੁੱਖ ਸ਼ਾਂਤ ਸੀ 1.5 ਸਾਲ ਦੀ। ਇਹ ਗਰੁੱਪ ਦੇ ਵਿੱਚੋਂ ਜਾਂ ਲੈਟਿਮਰ ਗਰੁੱਪ ਤੇ ਕੰਗ ਗਰੁੱਪ ਦੇ ਬੰਦੇ ਫੜੇ ਗਏ ਸੀ ਇਕੱਠੇ। ਤੇ ਉਹਦੇ ਬਾਅਦ ਸੁੱਖ ਸ਼ਾਂਤੀ ਹੁਣ ਫੇਰ ਇਹ ਜਿਹੜੀ ਮੁਸ਼ਕਿਲ ਵੱਧਦੀ ਜਾਂਦੀ ਹੈ। ਬ੍ਰਦਰ ਕੀਪਰਸ ਤੇ ਦਾ ਜਿਹੜਾ ਰੇੜਕਾ ਜਿਹੜੇ ਹੈਲਜ਼ ਐਂਜਲਸ ਦੇ ਇੱਕ ਗਰੁੱਪ ਦੇ ਨਾਲ ਨੇੜੇ ਨੇ, ਤੇ ਦੂਸਰੇ ਬੰਨੇ ਯੂਨਾਈਟਿਡ ਨੇਸ਼ਨ ਦਾ ਗਰੁੱਪ ਹੈ ਜਿਹਦੇ ਨਾਲ ਇਹਨਾਂ ਦਾ ਰੌਲਾ ਪੈ ਰਿਹਾ। ਇਹਦੀ ਮੁਸ਼ਕਲ ਦੇ ਬਾਰੇ ਤੇ ਅੱਜ ਗੱਲਬਾਤ ਜਿਹੜੀ ਤੁਸੀਂ ਸੁਣੀ ਹੈ ਦੂਸਰੇ ਸ਼ੋਅ ਦੇ ਵਿੱਚ, ਜਿੱਥੇ ਤੁਸੀਂ ਅਮਰਿੰਦਰ ਸੰਧੂ ਦੇ ਫਾਦਰ ਦੇ ਨਾਲ ਗੱਲ ਕੀਤੀ, ਉਹ ਤੇ ਮੈਂ ਥੋੜੀ ਜਿਹੀ ਤੁਹਾਡੇ ਨਾਲ ਟੱਚ ਕਰਨੀ ਚਾਹੁੰਦਾ। ਤੇ ਵੋਟਾਂ ਦਾ ਬਹੁਤ ਸ਼ੌਕ ਹੈ, ਵੋਟਾਂ ਦੇ ਲਈ ਬਹੁਤ ਜ਼ਿਆਦਾ ਆਨੰਦ ਹੈ। ਵੋਟਾਂ ਹੀ ਵੋਟਾਂ ਹੁੰਦੀਆਂ, ਤੇ ਵੋਟਾਂ ਦਾ ਖਿਆਲ ਕੀ ਰੱਖਣਾ ਫਿਰ ਆਪਾਂ, ਇਹ ਜ਼ਰੂਰੀ ਹੈ। 1-844-247-1550 ਤੇ ਤੁਸੀਂ ਫੋਨ ਕਰਨਾ ਹੈ। harjeet.g@krpradio.com ਇਹ ਈਮੇਲ ਹੈ, ਤੇ ਨਿਮੀ ਡੋਲਾ ਜੀ ਦਾ ਨੰਬਰ 604-440-6462 ਹੈ। krpradio.com ਤੇ 604-729-1224 WhatsApp ਤੇ ਟੈਕਸਟ ਦੇ ਰਹੀ ਨੰਬਰ ਹੈ ਤੁਹਾਨੂੰ, ਜਿਹੜਾ ਜਿੱਥੇ ਤੁਸੀਂ ਕੋਈ ਵੀ ਸੁਨੇਹਾ ਭੇਜ ਸਕਦੇ ਹੋ। ਤੇ ਈਮੇਲ harjeet.g@krpradio.com ਤੇ ਹਰਜੀਤ ਸਿੰਘ ਗਿੱਲ ਫੈਨ ਪੇਜ ਤੇ ਅਕਾਊਂਟ ਹੈ ਜਿਹੜਾ ਹੈ, ਉੱਥੇ ਤੁਸੀਂ ਨਾਲ ਰਹਿੰਦੇ ਹੋ। ਧੰਨਵਾਦ। ਪ੍ਰਿਤਪਾਲ ਸਿੰਘ ਵਿਰਕੋ ਨੇ ਕਹਿੰਦੇ ਕੱਲ ਦੀ ਆਵਾਜ਼ ਘੱਟ ਹੈ। ਆਵਾਜ਼ ਨਹੀਂ ਘੱਟ ਹੈ, ਜਦ ਉਧਰਲੇ ਬੰਨੇ ਵੱਡੇ ਸਟੂਡੀਓ ਤੋਂ ਆਉਣਾ ਤੇ ਇੱਥੇ ਉਈਓ ਘੱਟ ਲੱਗਦੀ ਮੈਨੂੰ। ਇਹ ਵੀ ਕਹਿੰਦੀ ਜਦ ਨਾ ਚਿੱਠੀ ਮੇਰੇ ਢੋਲ ਨੂੰ ਪਹੁੰਚਾਈ ਵੇ ਕਬੂਤਰਾ ਤੈਂ ਸਵਾਲ ਆਇਆ ਤੀ ਸ਼ਾਹ ਪਰ, ਮੈਂ ਕੋਠੇ ਤੇ ਕੱਪੜੇ ਸੁੱਕਣ ਗਈ। ਉਹ ਆਵਾਜ਼ ਬਿਲਕੁਲ ਕਲੀਅਰ ਸੀ। ਉਹ ਕਹਿੰਦਾ ਸਿੱਟ ਹੂਜਾ ਦਾ, ਇਹ ਹੂਜੇ ਦੇ ਸਿੱਟ ਦਾ ਤੈਨੂੰ ਕੀ ਪਤਾ। ਲక్ష్ਮੀ ਦੇ ਨਾਥ ਪਿੰਡ ਗੱਲ ਕਰਦੇ। ਅੜੀਏ ਫੁੱਲ ਝੜੀਏ ਇੱਕ ਸੋਹਣਾ ਜਿਹਾ ਮਹੰਦੜਾ ਨੀ ਰੋਜ਼ ਮੇਰੇ ਸੁਪਨੇ ਚ ਆਮਦਾ, ਆਪ ਵੀ ਨਾ ਸੌਂਦਾ ਨਾਲੇ ਮੈਨੂੰ ਵੀ ਨਾ ਸੌਣ ਦਿੰਦਾ, ਸੁੱਤੀ ਪਈ ਨੂੰ ਜਗਾਮਦਾ। ਮੀਡੀਆਂ ਗਦਾਵਾਂ ਕਦੇ ਗੁੱਤ ਨਹੀਂ ਕਰਾਵਾਂ, ਉਹ ਜਾਣਦਾ ਰਕਾਨਾ ਵਾਲੇ ਚੱਜ ਨਹੀਂ ਜਾਪਦਾ ਏ ਮੈਨੂੰ ਬਾਈ ਹੀ ਦਾ ਬਚਣਾ, ਵੇਖ ਆਮਦਾ ਨਾ ਰੱਜਨੀ। ਕਿਹੜਿਆਂ ਨੀ ਬਾਗਾਂ ਦਾ ਮੋਰ ਹੈ ਸ਼ਬੀਲੜਾ ਜੋ ਫਿਰਦਾ ਮੱਥੇ ਚ ਪਹਿਲਾਂ ਪਾਮਦਾ, ਹਾਏ ਸੁੱਤੀ ਪਈ ਨੂੰ ਜਗਾਮਦਾ। ਉਹਦੇ ਲਈ ਤਾਂ ਅੜੀਏ ਨੀ ਕੱਢ ਕੇ ਲੈ ਆਵਾਂ, ਹਾਏ ਤਾਰਿਆਂ ਚੋਂ ਤਾਰਿਆਂ ਦਾ ਭਾਰ ਮੈਂ, ਮਿਲ ਜਾਵੇ ਮੈਨੂੰ ਕਿਤੇ ਸਾਵਲਾ ਜੇ ਸੱਚੀ ਮੁੱਚੀ, ਚੁੰਨੀ ਦੀ ਹੀ ਗੰਢ ਲਵਾਂ ਮਾਰ ਮੈਂ। ਮੈਲੇ ਪੈਰ ਜਿਵੇਂ ਜੁਗਾਂ ਦਾ ਉਹ ਜਾਤਰੂ ਨਹੀਂ, ਧੋ ਕੇ ਦਿਲ ਚ ਟਿਕਾਮਦਾ, ਹਾਏ ਸੁੱਤੀ ਪਈ ਨੂੰ ਜਗਾਮਦਾ। ਬੈਠ ਕੇ ਝਲਾਨੀ ਦਿਆਂ ਮੋਰੀਆਂ ਦੇ ਨੇੜੇ, ਹੁਣ ਝਲਾਨੀ ਨਹੀਂ ਪਤਾ ਲੱਗਣੀ ਬਹੁਤ ਵੀ ਝਲਾਨੀ ਕੀ ਹੁੰਦੀ ਹੈ। ਇਹ ਝਲਾਨੀ ਉਹ ਹੈ ਜਿਵੇਂ ਤੁਸੀਂ ਕਹਿ ਹੋ ਵੀ ਆਪਣੀ ਸਪਾਈਸੀ ਕਿਚਨ ਬਾਹਰਲੇ ਬੰਨੇ ਝਲਾਨੀ ਉੱਥੇ ਬਣਦੀ ਸੀ, ਉਹਦੇ ਚ ਮੋਰੀਆਂ ਹੁੰਦੀਆਂ ਗੋਲ, ਤੇ ਬੇਬਿਆਂ ਆਪ ਲਿਪਦੀਆਂ ਉਹਨੂੰ। ਬੈਠ ਕੇ ਝਲਾਨੀ ਦੀਆਂ ਮੋਰੀਆਂ ਦੇ ਨੇੜੇ ਕਰਦੀਆਂ ਪੇੜੇ ਮੈਂ ਸੁਲੱਖਣੇ, ਵੱਖੀ ਵਿੱਚ ਸੁੱਤੇ ਪਏ ਮੋਰ ਜਾਗ ਪੈਂਦੇ, ਮੈਨੂੰ ਆਉਂਦੇ ਨਹੀਂ ਇਹ ਸ਼ੱਕੀ ਹੈ ਜੀ ਢੱਕਣਾ। ਪਿੱਪਲਾਂ ਦੇ ਜੜੀ ਫਿਰਾਂ ਭੁੱਕਦੀ ਸੰਧੂਰ ਖੋਰੇ ਉਹ ਵੀ ਹੋਵੇ ਸੁਪਨੇ ਰਕਾਮਦਾ, ਹੈ ਸੁੱਤੀ ਪਈ ਨੂੰ ਜਗਾਮਦਾ। ਝੜਦਾ ਵਿਸਾਖ ਵਿੱਚ ਅੰਬੀਆਂ ਦਾ ਬੂਰ ਜਿਵੇਂ, ਇੰਜ ਉਹਦੇ ਪੋਤਿਆਂ ਚ ਸੇਕ ਨਹੀਂ, ਚਿੱਤ ਵਿੱਚ ਮੇਰੇ ਚੰਗਿਆੜੀਆਂ ਜੋ ਉੱਠਦੀਆਂ, ਪਾ ਨਾ ਸਕੀ ਉਹਦਾ ਮੈਂ ਭੇਤ ਨਹੀਂ। ਫਿਰ ਮੇਰੇ ਚਾਵਾਂ ਨੂੰ ਝਕਾਨੀ ਦੇ ਕੇ ਰਾਣੀਆਂ ਨਹੀਂ, ਛਿਣੋ ਛਿਣੀ ਹਵਾ ਹੋ ਜਾਮਦਾ, ਹਾਏ ਸੁੱਤੀ ਪਈ ਨੂੰ ਜਗਾਮਦਾ, ਹਾਏ ਸੁੱਤੀ ਪਈ ਨੂੰ ਜਗਾਮਦਾ। ਅੜੀਏ ਫੁੱਲ ਝੜੀਏ ਇੱਕ ਸੋਹਣਾ ਜਿਹਾ ਮਹੰਦੜਾ ਨੀ ਰੋਜ਼ ਮੇਰੇ ਸੁਪਨੇ ਚ ਆਮਦਾ, ਆਪ ਵੀ ਨਾ ਸੌਂਦਾ ਨਾਲੇ ਮੈਨੂੰ ਵੀ ਨਾ ਸੌਣ ਦਿੰਦਾ, ਹਾਏ ਸੁੱਤੀ ਪਈ ਨੂੰ ਜਗਾਮ। ਰਾਣੀ ਤੱਤ
ਹਰਮਨਜੀਤ ਲਿਖਦਾ ਹੈ 12:19 ਸਾਰਿਆਂ ਦਾ ਧੰਨਵਾਦ। ਲੋਕ ਸੱਥ ਦੇ ਵਿੱਚ ਤੇ ਸਰਕਾਰ ਉੱਪਰ ਗੱਲਾਂ ਬਾਤਾਂ ਸੂਤ ਹੋ ਰਹੀਆਂ ਨੇ। ਸਰਬ ਜਿਹੜਾ ਬੰਦ ਹੋਣ ਤੋਂ ਬਾਅਦ ਤੁਹਾਡੇ ਭੱਤਿਆਂ ਤੇ ਨਾਲ ਜਗਮੀਤ ਸਿੰਘ ਹੋਣੀ ਹੋ ਗਏ ਆ। ਉਹ ਕਹਿੰਦੇ ਕੋਈ ਗੱਲੇ ਨਹੀਂ, ਤੂੰ ਖਿੱਚੀ ਚੱਲ ਵੀ ਲੋਕਾਂ ਨੂੰ ਪੈਸਾ ਧੇਲਾ ਜਾਂਦਾ ਰਹੇ, ਮੈਂ ਤੇਰੇ ਨਾਲ ਆ। ਜਿਹੜੇ ਹਿਸਾਬ ਨਾਲ ਆਹ ਕੰਮ ਜਿਹਾ ਚੱਲਦਾ, ਮੇਰਾ ਲੱਖਣ ਇਹ ਆ ਵੀ ਇਹ ਤਾਂ ਨਹੀਂ ਸਰਕਾਰਾਂ ਵੋਟਾਂ ਪੈਂਦੀਆਂ ਛੇਤੀ। ਹਾਂ, ਜੇ ਲਿਬਰਲ ਦੇ ਮਨ ਚ ਆ ਗਈ ਵੀ ਸਾਡੀ ਗੁੱਡੀ ਚੜੀ ਹੋਈ ਆ, ਫਿਰ ਉਹ ਆਪ ਵੋਟਾਂ ਪਵਾ ਦੇਣਗੇ। ਨਹੀਂ ਬਈ ਆਪੋਜੀਸ਼ਨ ਜਗਮੀਤ ਸਿੰਘ ਹੋਣੀ ਕੱਲ ਨੂੰ ਵੋਟਾਂ ਪਾਉਣਗੇ, ਲੱਗਦਾ ਨਹੀਂ, ਕਿਉਂਕਿ ਉਹ ਕਹਿੰਦੇ ਵੀ ਮੈਂ ਆਪਣਾ ਕੰਮ ਕਰਾ ਰਿਹਾ, ਮੇਰਾ ਜਿਹੜਾ ਕੰਮ ਮੈਨੂੰ ਹੋਣਾ ਚਾਹੀਦਾ ਉਹ ਮੈਂ ਸਾਰਾ ਇੱਥੋਂ ਕਰਵਾ ਰਿਹਾ, ਮੇਰਾ ਹੋ ਰਿਹਾ। ਆਪੋਜੀਸ਼ਨ ਬੈਠ ਕੇ ਵੀ ਮੇਰਾ ਇਹ ਕੰਮ ਹੁੰਦਾ ਹੈ। ਕਈ ਵਾਰ ਇਸ ਤਰ੍ਹਾਂ ਹੀ ਸੂਤ ਆ ਜਾਂਦੀ ਗੱਲ ਕਿ ਤੁਹਾਡੀਆਂ ਥੰਮੀਆਂ ਤੇ ਸਰਕਾਰ ਖੜੀ ਹੋਵੇ, ਉਹ ਕਹਿੰਦਾ ਆਹ ਗੱਲ ਮੰਨ, ਆਹ ਗੱਲ ਮੰਨ, ਆਹ ਗੱਲ ਮੰਨ। ਲਾਅ ਮੇਕਰ ਨੇ ਜਿਹੜੇ ਇਹ ਜਦ ਆਪ ਚੋਰੀ ਕਰਦੇ ਆ ਟੈਕਸਾਂ ਦੀ ਜਾਂ ਪੁੱਠਾ ਸਿੱਧਾ ਕੰਮ ਕਰਦੇ ਆ, ਇਹ ਕਿੰਨੀ ਕੁ ਜਦ 5-5, 7-7 ਸਾਲ ਟੈਕਸ ਨਹੀਂ ਦਿੰਦੇ, ਫਿਰ ਕਹਿੰਦੇ ਨੇ ਟੈਕਸ ਚੋਰੀ ਨਾ ਕਹੋ, ਟੈਕਸ ਲੇਟ ਕਹੋ, ਟੈਕਸ ਐਵੇਜ਼ਨ ਨਾ ਕਹੋ, ਟੈਕਸ ਲੇਟ ਕਹੋ। ਉਹ 7 ਵਰਿਆਂ ਦਾ ਟੈਕਸ ਲੇਟ ਹੁੰਦਾ। ਮਾਤਰ ਦਾ 10 ਰੁਪਈਏ ਨਹੀਂ ਉਹ ਛੱਡਦੇ, ਉਹ ਕਹਿੰਦੇ ਲਿਆ ਉਰੇ ਵੀ, ਉਹ ਕਹਿੰਦਾ ਗੱਡੀ ਧੁਆਈ ਸੀ ਆ $10, ਕਹਿੰਦਾ ਲਿਆ ਰਸੀਟ ਕਿੱਥੇ ਆ, ਸਟਾਰਬਕਸ ਦੀ ਲਿਆ $3 ਦੀ ਰਸੀਟ, ਨਹੀਂ ਤਾਂ ਇਹ ਆਡਿਟ ਦੇ ਵਿੱਚ ਨਹੀਂ ਪਾਉਣਾ। ਇੱਕ MP ਕੈਲਗਰੀ ਦਾ ਰੌਬ ਐਂਡਰਸ ਜਿਹੜਾ ਬਹੁਤ ਟੈਕਸ ਲੋ ਕਰਨ ਲਈ ਕੱਟ ਦਿਓ ਟੈਕਸ, ਬੜਾ ਕ੍ਰੂਸੇਡਰ ਰਿਹਾ ਬਹੁਤ ਲੰਮਾ ਸਮਾਂ। ਹੁਣ ਟੈਕਸ ਐਵੇਜ਼ਨ ਦੇ ਚਾਰਜ ਲੱਗੇ 5,212 ਤੋਂ 18 ਤੱਕ, ਦੀਵਾਨੀ ਨਹੀਂ ਦਿੱਤੀ ਸਰਕਾਰ ਨੂੰ, ਚੋਰੀ ਕਰਦਾ ਰਿਹਾ ਤੇ ਸੀਟ ਰਹੀ 18 ਸਾਲ MP ਰਿਹਾ। ਤੁਸੀਂ ਇਹ ਦੇਖੋ, ਜਦ ਬੰਦੇ ਨੂੰ ਹਾਬੜਾ ਹੋ ਜਾਵੇ, ਹਾਬੜੇ ਦਾ ਕੋਈ ਹੀਲਾ ਨਹੀਂ। ਜਦ ਉਹਨੂੰ ਆਇਆ ਵੀ ਮੇਰੇ ਢਿੱਡ 'ਚ ਪੈ ਜਾਏ ਸਾਰਾ ਕੁਝ, ਇਹਦਾ ਕੋਈ ਹੀਲਾ ਨਹੀਂ। ਤੁਸੀਂ 18 ਸਾਲ ਸਰਕਾਰ ਦੇ ਵਿੱਚ ਆਪੋਜੀਸ਼ਨ ਜਾਂ ਸਰਕਾਰ 'ਚ ਬੈਠ ਕੇ ਕਾਨੂੰਨ ਬਣਾਵੋ ਹਾਊਸ ਆਫ ਕਾਮਨਸ ਦੇ ਵਿੱਚ ਤੇ ਆਪ ਟੈਕਸ ਦੀ ਚੋਰੀ ਕਰੋ। ਵੇਖ ਲਓ ਇਹਨਾਂ ਦਾ ਹਾਲ ਬੰਦਿਆਂ ਦਾ। ਕੈਲਗਰੀ ਵੈਸਟ ਦਾ MP ਜਿਹੜਾ ਉਹ ਪਹਿਲਾਂ ਰਿਫਾਰਮ ਪਾਰਟੀ ਦਾ ਸੀ, ਫਿਰ ਉਹਨੇ ਕੰਜ਼ਰਵੇਟਿਵ ਪਾਰਟੀ ਬਣਾਉਣ ਦੇ ਵਿੱਚ ਵੀ ਕੰਮ ਕੀਤਾ। ਬਹੁਤ ਝੂਠੀਆਂ ਸਟੇਟਮੈਂਟਾਂ ਟੈਕਸ ਦੀਆਂ 12, 13 ਤੇ 14 ਦੀਆਂ, ਤੇ ਇੱਕ ਚਾਰਜਸ, ਇਹ 3 ਚਾਰਜਸ ਇਹ ਨੇ। ਇੱਕ ਚਾਰਜਸ ਹੈ ਕਿ ਇੱਕ ਰਿਫੰਡ ਕਲੇਮ ਕੀਤਾ ਜਿਹੜਾ ਝੂਠਾ ਸੀ 12, 13 ਤੇ 14 ਦਾ, ਤੇ ਟੈਕਸ ਦੀਆਂ ਜਿਹੜੀਆਂ ਪੇਮੈਂਟਸ ਕਰਨੀਆਂ ਵੇਟ ਕਰ ਦਿੱਤੀਆਂ 12 ਤੋਂ ਲੈ ਕੇ 15 ਤੱਕ, 3 ਸਾਲ। ਕੰਟਰੋਵਰਸੀਅਲ ਰਿਹਾ ਬਹੁਤ ਚਿਰ। ਤੇ ਸਭ ਤੋਂ ਵੱਡੀ ਗੱਲ ਕੰਟਰੋਵਰਸੀ ਦੀ ਜ਼ਿਆਦਾ ਆਨਰੇਰੀ ਸਿਟੀਜ਼ਨਸ਼ਿਪ ਨੈਲਸਨ ਮੰਡੇਲਾ ਨੂੰ ਸਰਕਾਰ ਦੇਣ ਲੱਗੀ, ਇਹਨੇ ਵਿਰੋਧਤਾ ਕੀਤੀ। ਉਹ ਕਹਿੰਦਾ ਨੋ, ਇਹ ਨਹੀਂ ਦੇਣੀ, ਇਹਦਾ ਮਤਲਬ ਨਸਲਵਾਦ ਦਾ ਮੁਸ਼ਕ ਜਿਹੜਾ ਪੂਰਾ ਆਉਂਦਾ। ਸਟੀਫਨ ਹਾਰਪਰ ਨੇ 14 ਦੇ ਵਿੱਚ ਕੰਜ਼ਰਵੇਟਿਵ ਦੀ ਨੋਮੀਨੇਸ਼ਨ ਲਈ ਨਵੀਂ ਰਾਈਡਿੰਗ ਜਿਹੜੀ ਕੈਲਗਰੀ ਸਿਗਨਲ ਹਿੱਲ ਦੀ ਲਾਈ ਸੀ, ਤੇ ਉਸ ਸਮੇਂ ਤੱਕ ਜਿਹੜਾ ਇਸਨੇ 160 ਵਾਰ ਟੈਕਸ ਕੱਟ ਲਈ ਵੋਟ ਪਾਈ ਹੈ। ਆਫਿਸ ਤੋਂ ਜਦ ਨਿਕਲਿਆ MP ਦੇ ਤੌਰ ਤੋਂ $1 ਲੱਖ ਜਿਹੜੀ ਪੈਨਸ਼ਨ, $1 ਲੱਖ ਪੈਨਸ਼ਨ ਜਦ MP ਦੇ ਦਫ਼ਤਰ ਚੋਂ ਨਿਕਲਿਆ। ਤੇ ਸੋਚ ਲਿਓ ਹੁਣ ਤੁਸੀਂ, ਹੁਣ ਕੈਲਗਰੀ ਕੋਰਟ 'ਚ ਅਕਤੂਬਰ 30 ਨੂੰ ਇਹ ਜਾਊ। ਇਹ ਜਿਹੜਾ ਨਾ ਦੀਵੇ ਥੱਲੇ ਹਨੇਰਾ, ਜਿਹੜਾ ਵੇਖਿਆ ਨਹੀਂ ਉਹੀ ਚੰਗਾ, ਕਿਉਂਕਿ ਜਦ ਚੋਰੀ ਕਰਨੀ ਹੈ ਤੇ ਉਹ ਚੋਰੀ ਕਰਕੇ ਫਿਰ ਗਵਾਉਣਾ ਵੀ ਪੈਂਦਾ ਬਹੁਤ। ਇਹ ਵੀ ਤੁਹਾਨੂੰ ਪਤਾ ਹੀ ਹੈ, ਆਪਣੇ ਆਲੇ ਦੁਆਲੇ ਵੀ ਬੜੀਆਂ ਸਟੋਰੀਆਂ ਹੋਈਆਂ ਨੇ। ਮਿਨਿਸਟਰ ਬਣਦੇ ਮੁੜ ਕੇ ਹੱਥ ਧੋਣਾ ਪੈਂਦਾ। ਇਹ ਜਿਹੜਾ ਨਾ ਵੇਖਿਆ, ਮਤਲਬ ਇਹ ਦਫ਼ਤਰ ਜਿਹੜੇ ਨੇ, ਜਿਵੇਂ ਮਤਲਬ ਇਹ ਜਿਹੜੀ ਨਾ ਇੱਕ ਗੱਲ ਆਪੋ ਧਾਪ ਪੈ ਗਈ ਵੀ ਚੱਕ ਦੋ ਹੁੱਕਰ ਕਰੁੱਕ, ਡਿੱਗਣਾ ਚਾਹੀਦਾ, ਜਿੱਤਣਾ ਚਾਹੀਦਾ, ਕੋਸ਼ਿਸ਼ ਕਰਦੇ।
ਇਹ ਸਾਡੇ ਲਈ ਕੀ ਸਾਡਾ ਸਵਾਰ ਦੇਣਗੇ ਜਿਹੜੇ ਜੌਬ ਕ੍ਰੀਏਟ ਕਰਦੇ ਨੇ ਵੀ 2 ਵਾਰ ਮੈਂ ਬਣ ਜਾਵਾਂ MP 2 ਵਾਰ MLA 3 ਵਾਰ ਜਿਹੜੀ ਵੀ ਹੋਵੇ ਪੈਨਸ਼ਨ ਤਾਂ ਬਣ ਜਾਵੇ ਮੇਰਾ ਕੰਮ ਬਸ ਪੈਨਸ਼ਨ ਮਿਲ ਜਾਵੇ 올ਡ ਏਜ ਅਲੱਗ ਮਿਲਣੀ ਆ MP ਦੀ ਅਲੱਗ ਮੌਜਾਂ ਤੇ ਪਤਾ ਨਹੀਂ ਕ੍ਰੈਡਿਟਸ ਵਗੈਰਾ ਹੋਰ ਕੀ ਹੋਣਗੇ ਇਹਦੇ ਤੇ ਇੱਕ ਦਿਨ ਉਂਝ ਵੀ ਕੱਲੀ ਤਨਖਾਹ ਥੋੜਾ ਵੀ ਤਨਖਾਹ 1,70,000 ਹੈ ਦਫ਼ਤਰ ਤੋਂ ਲੈ ਕੇ ਉਹਦੇ ਬਾਅਦ ਟਿਕਟਾਂ ਆਉਣ ਜਾਣ ਦੀਆਂ ਆਟੋਆਂ ਦੀਆਂ ਤੇ 5-6 ਲੱਖ ਚ ਪੈਂਦਾ ਇੱਕ ਦਫ਼ਤਰ ਤੇ ਹੁਣ ਉਹਨਾਂ ਚੋਂ 300 ਤੋਂ ਉੱਪਰ ਜਿਹੜੇ ਬੈਠੇ ਕੰਮ ਕਰਨ ਵਾਲੇ ਕਿੰਨੇ ਆ ਬਾਈ ਇੱਥੇ ਸੌਂਦੇ ਹੀ ਨਹੀਂ ਆਪਣੇ ਤਾਂ ਦਿੱਲੀ ਸੌਂ ਜਾਂਦੇ ਆ ਨਾ ਚੌਲ ਵਗੈਰਾ ਛੱਕ ਕੇ ਸਵਾਰ ਕੇ ਅੰਦਰੋਂ ਕੰਟੀਨ 'ਚ 2-2 ਰੁਪਏ ਦਾ ਲੰਚ 5-3 ਰੁਪਏ ਦਾ ਮਿਲ ਜਾਂਦਾ ਹੰਸਰਾਜ ਉਹ ਨਹੀਂ ਸੁੱਤੇ ਪਏ ਸੀ ਤੇ ਸਦੀਕ ਉਹ ਨਹੀਂ ਸੁੱਤੇ ਪਏ ਸੀ ਕਰਨ ਵੀ ਕੀ ਜਦ ਕਰਨ ਨੂੰ ਹੀ ਹੈ ਕੁਛ ਨਹੀਂ ਇੱਥੇ ਵਾਲੇ ਤਾਂ ਜਾਣ ਦਾ ਹੀ ਜਿਹੜੀ ਹੈ ਜਿੰਨੇ ਕੁ ਚਲੇ ਗਏ ਜਿੰਨੇ ਕੁ ਰਹਿ ਗਏ ਤੇ ਉਹਦੇ ਬਾਅਦ ਬੋਲਣ ਦਾ ਮੌਕਾ ਸਾਰੇ ਸੀਜ਼ਨ ਸਾਰੇ ਸਾਲ ਦੇ ਵਿੱਚ ਇੱਕ ਅੱਧੀ ਵਾਰ ਮਿਲਦਾ ਉਹ ਵੀ ਪੁੱਛ ਕੇ ਵੀ ਜੇ ਪੜਕੱਲੇ ਹੋਵੇ ਕੋਈ ਬੋਲੋਗੇ ਤਾਂ ਹੀ ਪਰ ਕੈਨੇਡੀਅਨਸ ਦੀ ਸੋਚ ਜਿਹੜੀ ਹੈ ਇਹਨਾਂ ਨੂੰ ਚੁਣ ਕੇ ਭੇਜਣ ਵਾਲਿਆਂ ਨੂੰ ਜਦ ਤੱਕ ਉਹਨਾਂ ਨੂੰ ਨਹੀਂ ਪਤਾ ਸੀ ਕਿਹਨੂੰ ਚੁਣ ਕੇ ਭੇਜਣਾ ਜਦ ਤੱਕ ਇਹ ਦੇਸ਼ ਦੀ ਜਿਹੜੀ ਗਿਰਾਵਟ ਹੈ ਦੇਸ਼ ਇਹ ਘਾਟੇ ਵਾਲੇ ਪਾਸੇ ਨੂੰ ਜਾਣਾ ਸ਼ੁਰੂ ਹੋਇਆ ਇਹ ਸਾਹਮਣੇ ਆ ਤੁਹਾਡੇ ਇਹੋ ਜਿਹੇ ਬੰਦੇ ਜਿਹੜੇ ਟੈਕਸ ਦੀ ਚੋਰੀ ਕਰਦੇ ਰਹੇ ਇਹਨਾਂ ਨੇ ਕੀ ਕੀਤਾ ਹੋਊਗਾ ਉੱਥੇ ਬਹਿ ਕੇ ਵੀ ਕੀ ਕੀਤਾ ਹੋਊਗਾ ਮਤਲਬ 18 ਸਾਲ ਤੇ ਜਦ ਬਣਿਆ ਹੋਇਆ ਸੀ ਉਸੇ ਸਮੇਂ ਚੋਰੀ ਕੀਤੀ 12 13 14 ਹੁਣ ਗੱਲਾਂ ਬਾਤਾਂ ਹੋਣਗੀਆਂ ਜੇ ਵਕੀਲ ਕਰ ਲਓ ਜੀ ਇਹ ਵਕੀਲ ਮਹਿੰਗਾ ਕਰ ਲਓ ਜੀ ਵਕੀਲ ਫੜ ਲੂ ਜੇ ਵਕੀਲ ਜਿੱਤਦਾ ਨਹੀਂ ਦਿੰਦਾ ਵਕੀਲ ਹਾਰ ਨਹੀਂ ਦਿੰਦਾ ਉਹ ਜਿਹੜੀਆਂ ਗੱਲਾਂ ਤਾਂ ਉਹ ਤਾਂ ਚੱਲੀ ਜਾਣੀਆਂ ਇਸੇ ਤਰ੍ਹਾਂ ਨੋਵਾ ਸਕੋਸ਼ੀਆ ਦੇ ਵਿੱਚੋਂ ਆ ਰਹੀ ਹੈ ਜਿਹੜੀ ਗੱਲਬਾਤ ਨੋਵਾ ਸਕੋਸ਼ੀਆ ਦੇ ਵਿੱਚ ਬਲੈਕ ਤੇ ਇੰਡੀਜਨਸ ਕਮਿਊਨਿਟੀ ਨੂੰ ਬਹੁਤ ਪੁਲਿਸ ਟਾਰਗੇਟ ਕਰਦੀ ਸੀ ਬਹੁਤ ਇਹਦੀਆਂ ਖਬਰਾਂ ਵੀ ਛਪੀਆਂ ਆਪਾਂ ਸੁਣਾਈਆਂ ਵੀ ਹੁਣ ਮੁੱਖ ਮੰਤਰੀ ਪ੍ਰੀਮੀਅਰ ਸਟੀਫਨ ਮੈਕਨੈਲ ਨੇ ਇਹ ਗੱਲ ਕੀਤੀ ਹੈ ਉਹਨੇ ਅਪੋਲੋਜਾਈਜ਼ ਕੀਤਾ ਜਿਹੜਾ ਸਿਸਟੈਮਿਕ ਰੇਸਿਜ਼ਮ ਹੈ ਜਸਟਿਸ ਸਿਸਟਮ ਦੇ ਵਿੱਚ ਜਿਹਦੇ ਵਿੱਚ ਬਲੈਕ ਤੇ ਇੰਡੀਜਨਸ ਲੋਕ ਜਿਹੜੇ ਨੇ ਉਹਨਾਂ ਨੂੰ ਪ੍ਰੋਪਰ ਜਿਹੜਾ ਉਹਨਾਂ ਨੇ ਟ੍ਰੀਟ ਨਹੀਂ ਸੌਰੀ ਉਹਨੇ ਕਹਿ ਕੇ ਅਪੋਲੋਜਾਈਜ਼ ਕੀਤਾ ਕਿਉਂਕਿ ਇਹਦੀਆਂ ਬਹੁਤ ਜਿਹੜੀਆਂ ਅਲੱਗ-ਅਲੱਗ ਘਟਨਾਵਾਂ ਜਿਹੜੀਆਂ ਪ੍ਰੂਵ ਹੋ ਗਈਆਂ ਹੁਣ ਰਿਕਮੈਂਡੇਸ਼ਨ ਹੋਣਗੀਆਂ ਇੱਥੇ ਸਮਾਂ ਲੱਗਦਾ ਤੇ ਲੜਨ ਵਾਲੇ ਬੰਦੇ ਚਾਹੀਦੇ ਆ ਅਫਰੀਕਨ ਨੋਵਾ ਸਕੋਸ਼ੀਅਨ ਕਮਿਊਨਿਟੀ ਨੇ ਇਹ ਤੇ ਗੱਲ ਕੀਤੀ ਇੰਡੀਜਨਸ ਲੋਕਾਂ ਨੇ ਗੱਲ ਕੀਤੀ ਬਲੈਕ ਲਾਈਵਸ ਮੈਟਰ ਦੀ ਗੱਲਬਾਤ ਚੱਲੀ ਸੋ ਹੁਣ ਜਦ ਉਹਦੇ ਵਿੱਚ ਹੁਣ ਡਿਪਟੀ ਮਿਨਿਸਟਰ ਨੇ ਡਿਪਾਰਟਮੈਂਟ ਆਫ ਜਸਟਿਸ ਦੇ ਕੈਂਡਿਸ ਥਾਮਸ ਸਿਆਹ ਰੰਗ ਦੇ ਡਿਪਟੀ ਅਟਾਰਨੀ ਜਨਰਲ ਨੇ ਡਿਪਟੀ ਮਿਨਿਸਟਰ ਨੇ ਸੋਸ਼ਲ ਇਨੋਵੇਸ਼ਨ ਤੇ ਉਹਨਾਂ ਨੇ ਇਸ ਗੱਲ ਤੇ ਕੰਮ ਕੀਤਾ ਇਵੈਂਚੁਅਲੀ ਇਹ ਚੀਜ਼ ਸਿਸਟੈਮਿਕ ਫੇਲਰ ਦੀ ਜਿਹੜੀ ਗੱਲ ਹੈ ਉਹ ਹੋਈ ਹੈ ਵੀ ਇਹ ਗਲਤ ਹੈ ਇਹ ਜਿਹੜੀ ਮਤਲਬ ਹੁਣ ਇਹ ਦਿਖਦਾ ਜਾਂ ਨਹੀਂ ਦਿਖਦਾ ਇਹ ਜਿਹੜੀ ਚੀਜ਼ ਤਾਂ ਹੈ ਪਰ ਜਦ ਤੁਹਾਡਾ ਹੁਣ ਅਮਰੀਕਾ ਦੇ ਵਿੱਚ ਤੁਸੀਂ ਦੇਖ ਲਓ ਪੁਲਿਸ ਨੇ ਫਲੋਇਡ ਦੇ ਕੇਸ ਦੇ ਵਿੱਚ ਕਿਵੇਂ ਗਰਦਨ ਤੇ ਬੰਦੇ ਨੇ ਗੋਡਾ ਰੱਖ ਕੇ ਜੇਬ 'ਚ ਹੱਥ ਪਾਇਆ ਜਿਵੇਂ ਮੈਂ ਤੇਰੀ ਬੋਡੀ ਨੂੰ ਵੀ ਹੱਥ ਨਹੀਂ ਲਾਉਣਾ ਤਾਂ ਕਿਹਨੇ ਭਰਤੀ ਇਹ ਭਰੀ ਨਹੀਂ ਕਿਸੇ ਨੇ ਇਹ ਪੀੜ੍ਹੀ ਦਰ ਪੀੜ੍ਹੀ ਜੱਦ 'ਚ ਤੁਰੀ ਆਉਂਦੀ ਆ ਵੀ ਇਹ ਬੰਦੇ ਨਹੀਂ ਹੈ ਚਾਹੇ ਉਹ ਹੁਣ ਹਾਲੀਵੁੱਡ ਇੰਡਸਟਰੀ ਦੇ ਵਿੱਚ ਸਪੋਰਟਸ ਦੇ ਵਿੱਚ ਟੀਮਾਂ ਦੇ ਮਾਲਕ ਨੇ NHL ਦੇ ਵਿੱਚ NFL ਦੇ ਵਿੱਚ ਤੇ NBA ਦੇ ਵਿੱਚ ਤੇ ਪਰ ਫਿਰ ਵੀ ਉਹਨੂੰ ਕਹਿੰਦਾ ਨੋ ਸੀ ਅਬੋਲਿਸ਼ ਨਹੀਂ ਹੋਏ ਹਲੇ ਪੂਰੇ ਬੰਦੇ ਹੀ ਨਹੀਂ ਬਣੇ ਹਲੇ ਉਹਨਾਂ ਨੂੰ ਨਹੀਂ ਮੰਨਦੇ ਕਿ ਜਿਨ੍ਹਾਂ ਤੇ ਰਾਜ ਕੀਤਾ ਹੋਵੇ ਜਿਹੜੇ ਘੋੜਿਆਂ ਦੀ ਜਗ੍ਹਾ ਜੋੜੇ ਹੋਣ ਜਿਨ੍ਹਾਂ ਦੇ ਪੈਰਾਂ ਦੇ ਵਿੱਚ ਪਾ ਕੇ ਸੰਗਲ ਬੰਨ ਕੇ ਰੱਖ ਕੇ ਕੰਮ ਕਰਾਇਆ ਜਾਂਦਾ ਹੋਵੇ ਉਹਨਾਂ ਦੀ ਔਲਾਦ ਹੁਣ 5ਵੀਂ 7ਵੀਂ ਪੀੜ੍ਹੀ ਦੇ ਵਿੱਚ ਜਾਂ ਰਾਜ ਕਰਦੀ ਹੈ ਅਮੀਰੀ ਦੇ ਵਿੱਚ ਨੇ ਤੇ ਉਹ ਕਿੱਥੇ ਚਲੀਆਂ ਜਾਂਦੀਆਂ ਨੇ
ਇਹ ਮੁਸ਼ਕਲ ਜਿਹੜੀ ਵੱਡੀ ਹੈ ਤੇ ਪਰ ਸਿਸਟੈਮਿਕ ਜਿਹੜੀ ਸਿਸਟਮ ਦੇ ਵਿੱਚ ਜਿਹੜੀ ਮੁਸ਼ਕਲ ਹੈ ਉਹ ਦੂਰ ਕਰਨ ਦੇ ਲਈ ਕੋਈ ਸੋਲਿਡ ਕੰਮ ਚਾਹੀਦਾ ਔਰ ਕਰਦੇ ਰਹਿੰਦੇ ਨੇ ਅੰਦਰੋਂ ਨਿਕਲਦੀ ਰਹਿੰਦੀ ਹੈ ਗੱਲ ਜਿਹੜੇ ਜੇ ਤੁਸੀਂ ਕਹੋ ਲੀਡਰ ਪ੍ਰੋਵਿੰਸ਼ੀਅਲ ਜਾਂ ਫੈਡਰਲ ਉਹ ਕਿਤੇ ਨਾ ਕਿਤੇ ਕੁਛ ਨਾ ਕੁਛ ਕਹਿੰਦੇ ਹੁੰਦੇ ਆਪਣੇ ਪ੍ਰੀਮੀਅਰ ਪਹਿਲੇ ਗੋਲਡਨ ਕੈਂਬਲ ਦੀ ਗੱਲਬਾਤ ਅਕਸਰ ਉਸ ਸਮੇਂ ਜਿਹੜੇ ਪੰਜਾਬੀ ਪੋਲੀਟੀਸ਼ੀਅਨ ਸੀ ਉਹ ਆ ਕੇ ਸੁਣਾਉਂਦੇ ਹੁੰਦੇ ਸੀ ਸਾਨੂੰ ਐ ਟ੍ਰੀਟ ਕਰਦਾ ਹੁਣ ਚਾਹੇ ਠੀਕ ਆ ਦੁਬਾਰਾ ਪਾਰਟੀ ਫੇਰ ਵਧੀਆ ਲੱਗਣ ਲੱਗੀ ਹੋਵੇ ਪਰ ਕਰਨਾ ਕੀ ਆ ਉਹਨਾਂ ਨੇ ਚਾਹ ਕੌਫੀ ਪੀਣ ਵਾਲੇ ਤਾੜੀਆਂ ਮਾਰਨ ਵਾਲੇ ਉਖਲਾਂ ਨੇ ਉਹਦੇ ਮੂਹਰੇ ਕੀ ਬੋਲਣਾ ਉੱਥੇ ਜਿਨ੍ਹਾਂ ਨੇ ਨੌਕਰੀ ਸਹੀ ਕੀਤੀ ਹੋਵੇ ਇਹ ਗੱਲ ਹੁਣ ਇਹਦੀ ਪੁਸ਼ਟੀ ਮੈਂ ਤਾਂ ਬਹੁਤ ਵਾਰ ਤੁਹਾਨੂੰ ਕਹੀ ਹੈ ਜਦ ਆਪਣੀ ਕਮਿਊਨਿਟੀ 'ਚ ਬੰਦੇ ਸੱਦੇ ਸੀ ਉਹਦੀ ਹੁਣ ਪੁਸ਼ਟੀ ਨਹੀਂ ਨਾ ਕਰਨੀ ਕਿਸੇ ਨੇ ਪਰ ਇਹ ਗੱਲ ਹੋਈ ਸੀ ਕਿ ਉਹਨੇ ਸਾਨੂੰ ਕਮਿਊਨਿਟੀ ਦੇ ਲਈ ਸਤਿਕਾਰ ਦੇ ਤੌਰ ਤੇ ਨਾਂ ਨਹੀਂ ਸੀ ਲਿਆ ਸ਼ਕਲ ਦੱਸਦੀ ਆ ਅੱਖ ਦੱਸਦੀ ਆ ਬੰਦੇ ਦੀ ਵੀ ਕੀ ਕਰਦਾ ਕੀ ਸੋਚਦਾ ਸਾਡੇ ਕਿੰਨਿਆਂ ਦੀਆਂ ਨੌਕਰੀਆਂ ਜਦ ਜਿਉਂ ਕਰਨ ਲੱਗਿਆ ਵੀ ਰੋਟੀ ਇਹ ਹਸਪਤਾਲ ਦੇ ਵਿੱਚ ਕੁੜੀਆਂ ਸਾਡੀਆਂ ਨਹੀਂ ਬਣਾਉਣਗੀਆਂ ਇਹ ਹੁਣ ਵਾਈਟ ਸਪੌਟ ਤੋਂ ਬਣ ਕੇ ਆਉ ਚੱਕ ਪ੍ਰਾਈਵੇਟਾਈਜ਼ ਕਰਕੇ ਆ ਹੁਣ ਮੋੜੀਆਂ ਉਹ ਜਿਹੜੀਆਂ ਨੌਕਰੀਆਂ ਵਾਪਸ ਪਿਛਲੇ 5-7 ਮਹੀਨਿਆਂ ਦੇ ਵਿੱਚ ਆਈਆਂ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਮਿੱਝ ਕੱਢਤੀ ਕੁੜੀਆਂ ਦੀ ਅਗਲਿਆਂ ਹੁਣ ਉਹ ਜਦ ਗਵਰਨਮੈਂਟ ਜੌਬ 'ਚ ਫੇਜ਼ਰ ਹੈਲਥ ਲੈ ਕੇ ਆ ਉੱਥੇ ਮੁਸ਼ਕਲਾਂ ਹੋਈਆਂ ਜਿਹਦਾ ਆਪਾਂ ਇਸ਼ੂ ਉਠਾਇਆ ਸੀ ਉਹ ਜਦ ਅਸੀਂ ਤਾਂ ਖਰਬੂਜਾ ਘੱਟ ਗਿਣਤੀ ਪਲੀਜ਼ ਆਪਣਾ ਖਿਆਲ ਰੱਖੋ ਹੱਕਾਂ ਤੇ ਖੜੋ ਝੂਠ ਨਾ ਬੋਲੋ ਗਲਤ ਨਾ ਕਰੋ ਕੁਛ ਜਦ ਤੁਸੀਂ ਗਲਤ ਕਰਦੇ ਆ ਨਾ ਕੋਈ ਸੀਟ ਸੂਟ ਲੱਭਣ ਦੇ ਲਈ ਜਿਹੜਾ ਲੱਲਾ ਭੱਬਾ ਮਤਲਬ ਉਹ ਬਹੁਤ ਮਾੜੀ ਗੱਲ ਹੈ ਤੇ ਉਹਦੇ ਵਿੱਚੋਂ ਕੀ ਅਸੀਂ ਕਰਨਾ ਇਸ ਦੇ ਲਈ ਬੇਸਿਕਲੀ ਮੈਂ ਤਾਂ ਇਹੀ ਚਾਹੁੰਦਾ ਕਿ ਕੋਈ ਜਿੱਥੇ ਕੋਈ ਹਰੇ ਆਪਣੀਆਂ ਕਦਰਾਂ ਕੀਮਤਾਂ ਨੂੰ ਖੂਹ 'ਚ ਨਾ ਸਿੱਟ ਦਿਓ ਬਸ ਗਲਤ ਨਾ ਹੋਣ ਦਿਓ ਬਿਲਕੁਲ ਜਦ ਤੁਹਾਨੂੰ ਪਤਾ ਲੱਗੇ ਫਿਰ ਇੱਥੋਂ ਹੀ ਤੁਸੀਂ ਇਹ ਹਿਸਾਬ ਲਾ ਲਓ ਵੀ ਹਲੇ ਤੱਕ ਕਰਦੇ ਆਪਾਂ ਥੋੜਾ ਬਹੁਤਾ ਹੀ ਵੀ ਚਲੋ ਉਹ ਜਿੱਤ ਜੂ ਉਹ ਹਾਰ ਜੂ ਪਰ ਇਹ ਗਲੇ ਦੀ ਹੱਡੀ ਬਣ ਜਾਣਗੇ ਲੋਕ ਤੁਹਾਨੂੰ ਅਮੀਰ ਹੋ ਕੇ ਜਰਵਾਣੇ ਬਣ ਜਾਣਗੇ ਆਉਣ ਵਾਲੇ 50 ਸਾਲਾਂ ਤੱਕ ਸਿਸਟਮ ਰੋਕ ਲੂ ਸਿਸਟਮ ਰੋਕਦਾ ਰਿਹਾ ਪਰ ਜੇ ਸਿਸਟਮ ਨੂੰ ਖਰਾਬ ਕਰਨ 'ਚ ਅਸੀਂ ਹਿੱਸੇਦਾਰ ਬਣ ਗਏ ਫਿਰ ਬਹੁਤ ਔਖਾ ਹਾਂਜੀ ਹੈਲੋ ਕੀ ਹਾਲ ਹੈ ਬੋਲੇ ਠੀਕ ਹੈ ਕੌਣ ਜੀ ਮੈਂ ਲੋਗੜੋ ਬੋਲਦਾ ਰਵੀਰ ਸਿੰਘ ਅੱਛਾ ਹਾਂ ਉਹ ਪਾਪੇ ਦਾ ਜਾਤੀ ਸਰਟੀਫਿਕੇਟ ਬਣਿਆ ਹੋਇਆ ਪਾਪੇ ਦਾ ਹਾਂ ਉਹ ਤਾਂ ਉੱਥੇ ਗਿਆ ਪਾਪੇ ਦਾ ਮੇਰੇ ਪਾਪੇ ਦਾ ਨਹੀਂ ਜਾਤੀ ਸਰਟੀਫਿਕੇਟ ਹਾਂ ਤੇਰੇ ਪਾਪੇ ਦਾ ਜਾਤੀ ਸਰਟੀਫਿਕੇਟ ਹੈਲੋ ਤੇ ਪਾਪੇ ਦਾ ਜਾਤੀ ਸਰਟੀਫਿਕੇਟ ਪਾਪੇ ਪਾਪੇ ਨੂੰ ਬਣਾਇਆ ਜੀ ਤੁਸੀਂ ਸਰਟੀਫਿਕੇਟ ਉਹ ਤੇਰੇ ਪਾਪੇ ਦਾ ਜਾਤੀ ਸਰਟੀਫਿਕੇਟ ਬਣਿਆ ਹੋਇਆ ਹੈਲੋ 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 ਉਹ ਪਾਪੇ ਦਾ ਜਾਤੀ ਸਰਟੀਫਿਕੇਟ ਪੁੱਛਣਾ ਸੀਗਾ ਬਣਿਆ ਹੋਇਆ ਕੌਣ ਬੋਲਦਾ ਜੀ ਮੈਂ ਲੋਗੜੋ ਬੋਲਦਾ ਬਲਵੀਰ ਸਿੰਘ ਹੈਲੋ ਹੈਲੋ ਬੋਲਦਾ ਤਾਂ ਕੋਈ ਨਹੀਂ ਹੈਲੋ ਕੀ ਕੌਣ ਨਹੀਂ ਹਾਂ ਹੈਲੋ ਲੋਗੜ ਤੋਂ ਬੋਲਦੇ ਲੋਗੜ ਤੋਂ ਹੀ ਬੋਲਦਾ ਕਿੱਥੋਂ ਬੋਲਦੇ ਤੁਸੀਂ ਲੋਗੜ ਅੱਛਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੁਣ ਸੁਣਿਆ ਇਹਨੂੰ ਮੈਂ ਕਦੋਂ ਦਾ ਬੋਲਦਾਗਾ ਮੈਂ ਤਾਂ ਤੇਰੀ ਬਾਜ ਨਹੀਂ ਪਛਾਣਾ ਬਈ ਹੁਣ ਬਾਜ ਪਾਪੇ ਜਾਤੀ ਸਾਡੀ ਬਣਿਆ ਕਿਵੇਂ ਲਾ ਲਿਆ ਫੋਨ ਉਹ ਪਾਪੇ ਦਾ ਜਾਤੀ ਛਾਤੀ ਬਾਰੇ ਪੁੱਛਦਾ ਮੈਂ ਤਾਂ ਕਿਵੇਂ ਲਾ ਲਿਆ ਫੋਨ ਦਾ ਪਾਪੇ ਦਾ ਉਹ ਸਾਥ ਤਾਂ ਨਹੀਂ ਆ ਗਿਆ ਆਪਣਾ ਬੀਬੀ ਕਰਕੇ ਉਹ ਬੀਬੀ ਕਰਕੇ ਗਿਆ ਹੂੰ ਪਤਾ ਤਾਂ ਹੋਊਗਾ ਵੀ ਜਾਤੀ ਸਰਟੀਫਿਕੇਟ ਬਣਿਆ ਹੋਇਆ ਘਰੇ ਐ ਤਾਂ ਪਤਾ ਵੀ ਡਿਊਟੀ ਕਰੀ ਉਹਨੇ ਕਿਹਦਾ ਆਪਣੀ ਜਿੰਦਰ ਦਾ ਉਹ ਪਾਪੇ ਦਾ
ਹੈ ਉਹ ਹਰੀ ਸਿੰਘ ਦਾ ਪਾਪੇ ਦਾ ਪਾਪੇ ਦਾ ਜਾਤੀ ਛੱਟ ਬਣਿਆ ਹੋਇਆ ਪਾਪੇ ਦਾ ਜਾਤੀ ਹਾਤੀ ਬਗੇਟ ਬਣਿਆ ਹੋਇਆ ਉਹਦਾ ਪੱਖੋਂ ਭੋਗ ਤੇ ਗਿਆ ਤੇ ਬਹੂ ਮਰ ਗਈ ਕੋਈ ਉਹ ਗੱਪਾ ਸਾਨੂੰ ਮੈਂ ਜਾਤੀ ਬਗੇਟਾਂ ਤੇਰਾ ਜਾਤੀ ਛੱਟ ਬਣਿਆ ਹੋਇਆ ਜੇ ਤਾਂ ਪਾਪਾ ਘਰੇ ਹੁੰਦਾ ਫਿਰ ਤਾਂ ਪਤਾ ਲੱਗ ਜਾਂਦਾ ਇੰਨਾ ਸਾਨੂੰ ਨਹੀਂ ਨਾ ਪਤਾ ਉਹਦੇ ਕਾਗਜ਼ ਪੱਤਰਾਂ ਦਾ ਆ ਭੋਲੇ ਦਾ ਬਣਿਆ ਹੋਇਆ ਤੇਰਾ ਬਣਿਆ ਹੋਇਆ ਤੇਰਾ ਬਣਿਆ ਇਹ ਤਾਂ ਬਣਾਈ ਨਹੀਂ ਕਹਿੰਦਾ ਮੈਂ ਤਾਂ ਨਾ ਇਹ ਕਹਿੰਦਾ ਮੈਂ ਬਣਾਇਆ ਨਹੀਂ ਜਾਤੀ ਛੱਟ ਕਿਤੇ ਲੜਾਈ ਫਿਰੀ ਜਾਂਦਾ ਵਾ ਇਹ ਤਾਂ ਜ਼ਰੂਰੀ ਹੈ ਕਿ ਜਾਤੀ ਬਗੇਟ ਬਣਾਉਣਾ ਲੈ ਕੱਲ ਕਰ ਲੈ ਮੈਂ ਤਾਂ ਸਮਝ ਨਹੀਂ ਆਉਂਦੀ ਨਾ ਸਮਝ ਨਹੀਂ ਆਉਂਦੀ ਤੈਨੂੰ ਹੈਲੋ ਬਲਵੀਰ ਸਿੰਘ ਬਲਵੀਰ ਸਿੰਘ ਹਾਂ ਕਿਵੇਂ ਆ ਠੀਕ ਆ ਤੁਸੀਂ ਉਹ ਠੀਕ ਆ ਤੇ ਮੈਨੂੰ ਪਾਪੇ ਦਾ ਜਾਤੀ ਛੱਡ ਕੇ ਮੇਰੇ ਘਰੇ ਬੰਦੇ ਬੈਠੇ ਨੇ ਉਹਨਾਂ ਨੂੰ ਗੱਲ ਦੱਸਣੀ ਵਿਚਾਰੇ ਉਹਨੇ ਮੁੜਨਾਗਾ ਸਾਥੀ ਵੀਰੇ ਕੋ ਪੱਖੋਂ ਖਲਾ ਨੂੰ ਗਏ ਹੋਏ ਨੇ ਇੰਨੀ ਗੱਲ ਕਹਿੰਦੇ ਪੱਖੋਂ ਖਲਾ ਨੂੰ ਗਏ ਹੋਏ ਨੇ ਬਸ ਜਿੱਦਾਂ ਬਣਿਆ ਤਾਂ ਦੱਸ ਦੋ ਨਹੀਂ ਬਣਿਆ ਤਾਂ ਦੱਸ ਦੋ ਪੱਖੋਂ ਖਲਾ ਗਏ ਹੋਏ ਆ 8 ਨੂੰ ਮਿਲਣਗੇ ਉਹ ਤੇ ਸੁਣ ਤਾਂ ਪਤਾ ਹੀ ਹੋਊ ਕਿ ਪਾਪੇ ਜਾਤੀ ਛੱਡ ਕੇ ਬੜਾ ਕਿਸੇ ਪਰਿਵਾਰ ਦਾ ਬਣੇ ਹੋਊ ਤੇ ਬਿਨਾਂ ਜਾਤੀ ਛੱਡ ਕੇ ਹਾਂ ਮੈਨੂੰ ਤਾਂ ਪਤਾ ਨਹੀਂ ਪੁੱਤ ਭੋਲੇ ਨੂੰ ਤਾਂ ਪਤਾ ਹੀ ਹੋਊਗਾ ਫਿਰ ਦੇਖ ਲੱਗ ਭੋਲੇ ਨੂੰ ਪਤਾ ਹੈਗਾ ਫਿਰ ਪਾ ਲੈਨੇ ਆ ਹੋਰ ਕਿਸੇ ਤੋਂ ਪਾ ਲੈਨੇ ਆ ਇਹਨਾਂ ਨੇ ਵਿਚਾਰੇ ਨੇ ਮੋੜਨਾ ਤੁਸੀਂ ਹੌਲੀ ਭਾਲਦੇ ਫਿਰੋਗੇ ਇਹ ਡਿਊਟੀ ਮੈਨ ਬੰਦੇ ਬੈਠੇ ਨੇ ਉਹਨਾਂ ਨੇ ਵਿਚਾਰੇ ਨੇ ਵਾਪਸ ਰਿਪੋਰਟਾਂ ਦੇਣੀਆਂ ਤੁਸੀਂ ਭਾਲਦੇ ਫਿਰੋਗੇ ਜਾਤੀ ਬਟਾ ਉਹ ਤੱਕ ਵੀ ਭੋਲਾ ਤਾਂ ਹੁਣ ਭੋਲੇ ਨੂੰ ਪਤਾ ਉਹਦੇ ਆਏ ਤਾਂ ਦੱਸ ਦਾਂਗੇ ਆਪ ਉਹਦਾ ਹੁਣ ਬੋਲਦਾ ਤਾਂ ਸੀਗਾ ਹੋਰ ਹੁਣ ਭੋਲਾ ਬੋਲਦਾ ਨਹੀਂ ਸੀਗਾ ਭੋਲਾ ਹੈ ਨਹੀਂ ਕਰੇ ਆ ਬੋਲਦਾ ਤਾਂ ਸੀਗਾ ਹੁਣ ਚਲੋ ਗੱਲ ਤਾਂ ਪਹਿਲਾਂ ਭੁੱਲ ਨਹੀਂ ਕਰੀਏ ਮੈਨੂੰ ਉਹ ਭੋਲਾ ਵੀ ਨਹੀਂ ਹੈਗਾ ਪੱਕਾ ਭੋਲ ਤੇ ਗਿਆ ਗੱਲ ਦੇਖੀ ਉਹ ਗੱਲ ਕਰਕੇ ਹਟਿਆ ਗੱਲ ਉਹ ਮੇਰੇ ਨਾਲ ਕਰਕੇ ਵੜਿਆ ਉਹ ਭੋਲਾ ਵੀ ਨਹੀਂ ਘਰੇ ਰਹੇ ਮੈਂ ਝੂਠ ਬੋਲੀ ਜਾਂਦੇ ਪਾ ਕੇ ਗਾਤਰੇ ਇਹਨੇ ਫਾਇਦਾ ਕੀ ਪਾਉਣ ਦਾ ਹੁਣ ਤਾਂ ਉਹਨੇ ਮੈਨੂੰ ਜੀਜਾ ਜੀ ਕਿਹਾ ਸਤਿ ਸ੍ਰੀ ਅਕਾਲ ਉਹ ਗੱਲ ਤਾਂ ਪਤਾ ਨਹੀਂ ਇਹਦਾ ਕਹਿੰਦਾ ਇੱਕ ਹੀ ਚਲ ਠੀਕ ਹੈ ਜੀ ਆ ਲੈ ਬਾਈ ਤਾਂ ਜ਼ਰੂਰੀ ਮੈਨੂੰ ਵੀ ਨਹੀਂ ਪਤਾ ਵੀ ਜੇ ਹੁੰਦਾ ਜੇ ਕੋਈ ਚੀਜ਼ ਜਦ ਬੇਬੇ ਜੀ ਨੂੰ ਬੁਲਾਉਣਾ ਕਹਿੰਦਾ ਤੇ ਹੁਣ ਤਾਂ ਭੋਲੇ ਨਾਲ ਮੈਂ ਗੱਲ ਕੀਤੀ ਬੇਬੇ ਕਹਿੰਦੀ ਹੋਰ ਬੇਬੇ ਆਉਂਗੇ ਕਰਤੀ ਮੰਨੀ ਨਹੀਂ ਗੱਲ ਤੇ ਨਹੀਂ ਆਈ ਭੋਰਾ ਵੀ ਕਹਿੰਦੀ ਹੋਰ ਉਹ ਤਾਂ ਪੱਖੋਂ ਕਿਹਾ ਨੂੰ ਗਏ ਹੋਏ ਨੇ ਇਹ ਚੀਜ਼ ਭੋਰਾ ਵੀ ਜਿਹੜੀ ਹੈ ਉਹ ਬੁੜੀ ਨਹੀਂ ਹੁੰਦੀ ਜਦ ਵੀ ਲਾ ਲਓ ਇਹਨੂੰ ਜਿੰਨੀ ਵਾਰ ਦਿਹਾੜੀ ਚ ਲਾ ਲਓ ਸਾਡਾ ਪ੍ਰਾਹੁਣਾ ਵੀ ਅੰਗਰੇਜ਼ੀ ਬੋਲਦਾ ਕਹਿੰਦਾ ਡਿਊਟੀ ਮੈਨ ਬੰਦੇ ਬੈਠੇ ਆ ਇੱਥੇ ਇਹਨਾਂ ਨੇ ਜਾਣਾ ਹੁਣ ਇੰਨਾ ਛੇਤੀ ਬੋਲਦਾ ਜਿਆਦਾ ਪ੍ਰੋਪਰ ਥੋੜਾ ਜਿਹਾ ਬੋਲ ਬਈ ਆਰਾਮ ਨਾਲ ਤੂੰ ਕਿਹੜਾ ਸੁਣਦਾ ਪ੍ਰਾਹੁਣਾ ਵੀ ਉੱਪਰਲੀ ਲਾਈਨ ਚ ਜਾਤੀ ਸਰਟੀਫਿਕੇਟ ਉਹ ਵੀ ਬਹੁਤ ਕਹਿੰਦਾ ਜਦ ਮੈਨੂੰ ਯਾਦ ਆ ਗਈ ਗੱਲ ਉਹ ਬਾਈ ਜੀ ਨਿੱਜਰ ਹੋਣੀ ਜਦ 5 ਰਿਵਰ ਆਪਾਂ ਬਣਾਇਆ ਦੇ ਹਾਲਾਤ ਨੇ ਆਪਣੇ ਸ਼ੇਰੇ ਪੰਜਾਬ ਤੇ ਹੁੰਦੇ ਸੀ ਵੀ ਲਿਆਓ ਭਾਈ ਦਿਓ ਪੈਸੇ ਤੇ ਆਪਣਾ ਅਗਲਾ ਜੀਵਨ ਸਫਲਾ ਕਰੋ ਜੀ ਤੇ ਅਗਲੇ ਪਾਸੇ ਹੁਣ ਆਪਾਂ ਚਲੇ ਜਾਣਾ ਤੇ ਆ ਲਓ ਸਰਟੀਫਿਕੇਟ ਇੱਕ ਬੀਜੀ ਨੇ ਇਹ ਤੇ ਫੋਨ ਕਰਕੇ ਕਹਿੰਦਾ ਭਾਈ ਮਸਾ ਸੰਧਿਆ ਦਾ ਟਾਈਮ ਆ ਬੰਦੇ ਘਰੇ ਆਉਂਦੇ ਨੇ ਤੂੰ ਮਾਰਨ ਦੀਆਂ ਗੱਲਾਂ ਰਾਤ ਨੂੰ ਤੋੜ ਲੈਂਦਾ ਇਸ ਤਰ੍ਹਾਂ ਵੀ ਗੱਲ ਹੁੰਦੀ ਹੈ ਤੇ ਬਹੁਤ ਦਿਨਾਂ ਦਾ ਮੇਰੇ ਮਨ ਦੇ ਵਿੱਚ ਸੀ ਵੀ ਤੁਹਾਨੂੰ ਸੁਣਾਈਏ ਜਾਤੀ ਸਰਟੀਫਿਕੇਟ ਇੱਕ ਵਾਰ ਫੇਰ ਤੇ ਇੱਕ ਹੋਰ ਇਹ ਸੁਣਾਉਣਾ ਨਾਲ ਸੁਣੋ ਕਹਿੰਦਾ ਐਂ ਕਦੇ ਨਾ ਨਕਲੀ ਅੰਗਾਂ ਦੀਆਂ ਗੱਲਾਂ ਚੱਲ ਪਈਆਂ ਸੰਧੂ ਸਾਡਾ ਆੜੀ ਸੀ ਉਹ ਗੱਲ ਸੁਣਾਉਣ ਲੱਗ ਗਿਆ ਕਹਿੰਦਾ ਸਾਡੀ ਰਿਸ਼ਤੇਦਾਰੀ ਚੋਂ ਮਾਸੀ ਲੱਗਦੀ ਆ ਕੰਜੂਸ ਜਿਹਾ ਟੱਬਰਾ ਵਾਲਾ ਆਖੇ ਮਾਸੀ ਦੀ ਸੱਸ ਦੇ ਕਿਤੇ ਨਕਲੀ ਲੱਤ ਸੀ ਤੋਰੇ ਫਿਰ ਇਹਨੂੰ ਘਰ ਦੇ ਚੁੱਲ੍ਹੇ ਚੌਂਕੇ ਦੇ ਕੰਮ ਨੂੰ ਤੱਕਦੀ ਸੀ ਬੈਠੀ ਰਹਿੰਦੀ ਸਿਆਲਾਂ ਦੇ ਦਿਨਾਂ 'ਚ ਖੋਆ ਕੱਢ ਲਿਆ ਮੱਕੀ ਦੀਆਂ ਲਾਹ ਲੀਆਂ ਸਾਗ ਲਾਹ ਲਿਆ
ਸਾਗ ਬਣਾ ਲਿਆ, ਆਲਣ ਪਾ ਲਿਆ, ਤੋਰਾ ਫੇਰਾ ਘੱਟ ਸੀ। ਸਿਆਲਾਂ ਦਿਨਾਂ 'ਚ ਇੱਕ ਤਾਂ ਉਹਨੂੰ ਸੇਕਣ ਦਾ ਲਾਲਚ ਹੋ ਜਾ ਕਰੇ, ਦੂਜਾ ਸਾਗ ਨਹੀਂ ਸੀ ਦੇਖ ਲਾ ਗੈਸ ਤੇ ਬਣਾਉਣ ਦਿੰਦੀ, ਮਤਲਬ ਸਾਗ ਵੀ ਚੁੱਲ੍ਹੇ ਤੇ ਬਣਾਇਆ ਕਰੇ। ਚਿਮਟਾ ਤਾਂ ਰੱਖਦੀ ਉਹ ਨਹੀਂ ਸੀ, ਕਹਿੰਦੀ ਲੱਕੜ ਜਾਂ ਪਾਥੀ ਨਕਲੀ ਲੱਤ ਨਾਲ ਅੱਗੇ ਨਾਲ, ਜਿਹੜੀ ਨਕਲੀ ਲੱਤ ਸੀ ਨਾ ਉਹਦੇ ਪੈਰ ਨਾਲ ਵਿੰਗੀ ਜੀ ਕਰਕੇ ਚੁੱਲ੍ਹੇ 'ਚ ਗਾਂ ਨੂੰ ਕਰਦਾ ਕਰੇ ਪਾਥੀ ਨਾਲ, ਇਹ ਦੇਖਦਾ ਲੱਕੜ, ਤੇ ਕਿਹੜਾ ਸੇਕ ਲੱਗਣਾ ਸੀ ਉਹ ਲੱਤ ਨੂੰ, ਉਹਦੇ ਨਾਲ ਹੀ ਢੱਕਦਾ ਕਰੇ। 2 ਕੰਮ ਲਿਆ ਕਰੇ, ਸਲਵਾਰ ਮਾੜੇ ਜਿਹਾ ਪਹੁੰਚਾ ਚਾੜ ਦਿਆ ਕਰੇ, ਪਾਥੀ ਢੱਕ ਕੇ ਪੈਰ ਨਾਲ ਨਕਲੀ ਲੱਤ ਵਾਲੀ ਨਾਲ ਗਾਹਾਂ। ਇਉਂ ਹੀ ਗੁਆਂਢਣਾ ਆ ਕੇ ਬਹਿ ਗਈਆਂ, ਹਾਂ ਭੈਣੇ ਮੈਂ ਭੈਣੇ, ਤੂੰ ਭੈਣੇ ਮੈਂ ਭੈਣੇ, ਕਰਦੀਆਂ ਚੁਗਲੀਆਂ ਕਰਦੀਆਂ, ਬੇਧਿਆਨੀ ਹੋ ਗਈ। ਦੇਖੀ ਗੁਆਂਢਣ ਵੱਲ ਜਾਵੇ, ਜਿਹੜੀ ਨਕਲੀ ਲੱਤ ਲੱਕੜ ਵਾਲੀ ਸੀ ਉਹਦਾ ਪੈਰ ਲੱਕੜ ਨਾਲ ਗਾਹਾਂ ਕਰੀ ਜਾਵੇ, ਲੱਕੜ ਛੋਟੀ ਸੀ, ਮੱਚ ਗਈ, ਗੱਲੇ ਨੂੰ ਪਤਾ ਨਾ ਲੱਗਾ, ਜਾਨੂੰ ਜਿਹੜੀ ਨਕਲੀ ਲੱਤ ਸੀ ਉਹਨੂੰ ਅੱਗ ਪੈ ਗਈ, ਅੱਧੀ ਲੱਤ ਮੱਚ ਗਈ, ਪਤਾ ਹੀ ਨਾ ਲੱਗਿਆ ਵੀ ਲੈਗ ਹੈਜ਼ ਗੌਨ, ਅੱਧ ਤੋਂ ਵੱਧ ਗਈ। ਡਾਕਟਰ ਦੇ ਲੈ ਗਏ ਵੀ ਚੱਲ ਲਵਾਉਣੀ ਤਾਂ ਪੈਣੀ ਆ, ਔਖਾ ਮਾਸੜ ਉਦੋਂ ਕੰਜੂਸ ਵਾਲਾ, ਡਾਕਟਰ ਨੂੰ ਕਹੇ ਜਾਵੇ ਸਾਰੀ ਨਾ ਲਾ ਹੈ ਬਈ, ਥੋੜੀ ਲਾ ਲਾ, ਥੋੜੀ ਪੱਤੀਆਂ ਪੁੱਤੀਆਂ ਲਾ ਕੇ ਜੋੜ ਜਾ ਪਾ ਦੇ, ਜੇ ਇਹਨੇ ਫੇਰ ਬਚਾ ਲੈਣੀ ਹੈ, ਕਿਤੇ ਟਿਕਣਾ ਇਹਨੇ, ਅੱਧੀ ਉਹ ਲਾ ਦੋ, ਬਾਹਰ ਬੈਠਾ ਕਰ ਜਾਏ। ਡਾਕਟਰ ਕਹਿੰਦਾ ਵੀ ਸਲਾਹ ਕਰਕੇ ਆ ਜਾਓ, ਲੱਗੂ ਤਾਂ ਸਾਰੀ, ਉਹ ਨਹੀਂ ਤੁਹਾਡੀ ਮਰਜ਼ੀ ਹੈ। ਮਾਸੜ ਏਡਾ ਬਹਿਬਤੀ ਮਿਸਤਰੀ ਦਾ ਕਹਿੰਦਾ ਦਰਵਾਜ਼ੀਆਂ ਟਾਕਿਆਂ ਨਾਲੋਂ ਬਰੀਕੀ ਦਾ ਕੰਮ ਤਾਂ ਹੈ ਨਹੀਂ ਹੈਗਾ, ਸਿੱਧੀ ਉਹ ਕਹਾਣੀਆਂ ਲਾ ਦੇ ਯਾਰ। ਅੰਦਰੋਂ ਮਾਸੀ ਬੋਲੀ, ਕਹਿੰਦੀ ਗੋਡੇ ਕੋਲੋਂ ਕਬਜੇ ਲਵਾ ਦਿਓ ਮਾਂ ਜੀ ਦੇ, ਲੱਤ ਮੋੜ ਕੇ ਬਹਿ ਜਾ ਕਰੂ। ਮਿਸਤਰੀ ਹੱਥ ਖੜੇ ਕਰੇ, ਭਰਾਵੋ 35 ਕਿਲੋ ਲੱਕੜ ਬੰਨ ਕੇ ਬੇਬੇ ਕਿਵੇਂ ਤੁਰੂ? ਇਹ ਟਾਲੀਆਂ ਕੋਲ ਖਿੱਚੀ ਫਿਰੇ, ਪ੍ਰਧਾਨ ਲੱਕੜ ਨਹੀਂ ਮਾੜੀ ਲਾਉਣੀ, ਤੂੰ ਆਹ ਟਾਲੀ ਦਾ ਬਚਾ ਕੱਢ, ਇਹਦੀ ਲੱਤ ਬਣਾ ਕੇ ਲਾ ਦੇ ਬੇਬੇ। ਰਿਸ਼ਤੇਦਾਰ ਅਖੀਰ ਮਿਸਤਰੀ ਭੱਜ ਗਿਆ, ਆਖਰ ਨੂੰ ਉਹ ਰਿਸ਼ਤੇਦਾਰ ਸ਼ਰੀਕੇ ਕਬੀਲੇ ਦੇ ਮੂੰਹ ਗਾਂਦ ਕਰਨ ਨੂੰ ਵੀ ਬੇਬੇ ਦੀ ਲੱਤ ਲਵਾਤੀ। ਬਾਪੂ ਅੱਡ ਪਿੱਟਿਆ ਕਰੇ ਬਈ ਸਾਗ 10,000 ਚ ਪੈ ਗਿਆ, ਬੇਬੇ ਦੀ ਉਮਰ ਹੋ ਗਈ, ਸਿਆਣੇ ਨੇ ਜਾਣਾ ਸੀ, ਆਖਰ ਨੂੰ ਬੇਬੇ ਤੁਰ ਗਈ। ਸੰਸਕਾਰ ਕਰਨ ਗਏ, ਦੋਤੇ ਪੋਤੇ ਤਾਂ ਲੱਕੜਾਂ ਨਾਲ ਪਾਥੀਆਂ ਰੱਖੇ ਜਾਣ, ਬਾਪੂ ਨੇ ਅੱਖ ਮਚਾ ਕੇ ਮਲਕ ਦੇ ਨਕਲੀ ਲੱਤ ਖਿੱਚ ਕੇ ਪੱਲੀ ਤੇ ਸਿੱਟ ਲਈ। ਜਦ ਸੰਸਕਾਰ ਕਰਕੇ ਤੁਰ ਲੱਗੇ, ਬਾਪੂ ਲੱਤ ਦਨਾਲੀ ਬੰਦੂਕ ਵਾਂਗੂ ਚੱਕੀ ਆਵੇ ਮੋਢੇ ਤੇ। ਮੈਨੇ ਕਹਿੰਦਾ ਮਨਾਕਰ ਸਿਆ ਵੀ ਸਿੱਟਦੇ ਯਾਰ ਬੇਬੇ ਦੀ ਲੱਕ, ਤੂੰ ਕੀ ਕਰਨਾ? ਰੇਬੀਏ ਜੇ ਚਾਲ ਹੋ, ਕਹਿੰਦਾ ਇਹਦੇ ਕਿਹੜਾ ਫੁੱਲ ਚੁਗਣੇ ਆ, ਚੱਲ ਜਾ ਕੇ ਸਾਗ ਤਾਂ ਬਣਾਵਾਂਗੇ ਇੱਕ ਡੰਗ ਦਾ ਹੋਰ। ਇਹੋ ਜਿਹੇ ਮਾਸੜੋੜੀ ਹੁੰਦੇ ਆ। ਵਪਾਰਕ ਸੰਦੇਸ਼ ਮਾਰਦਾ। ਔਖਨਾਗਨ ਦੇ ਵਿੱਚ ਇਸ ਵਾਰ ਗਰਮੀ ਦੇ ਵਿੱਚ ਬਹੁਤ ਲੋਕਾਂ ਨੇ ਵਿਜ਼ਿਟ ਕੀਤਾ। ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਤੁਸੀਂ ਪ੍ਰੋਗਰਾਮ ਸੁਣ ਕੇ ਗਏ ਹੋ। ਜਿੰਨੇ ਵੀ ਉੱਥੇ ਬਿਜ਼ਨਸ ਸੀ, ਮਨਪ੍ਰੀਤ ਉਹਨਾਂ ਦਾ ਜਿਹੜਾ ਆਪਣਾ ਫਰੂਟ ਸਟੈਂਡ ਸੀ, ਸੋ ਇਸ ਜਿਹੜੀ ਫਰੂਟ ਬਾਸਕਟ, ਉੱਥੇ ਤੇ ਉਰਲੇ ਬੰਨੇ ਕੈਰਮੀਅਸ ਬੰਦੇ ਬਹੁਤ ਸਾਰੇ ਮਿਲ ਕੇ ਆਉਂਦੇ ਰਹੇ। ਉੱਥੇ ਵੀ ਜਿੰਨੇ ਫਰੂਟ ਸਟੈਂਡ ਸੀ, ਮਹਿੰਦਰ ਸਿੰਘ ਧਾਲੀਵਾਲ ਰਾਊਕੇ ਜਿਹੜੇ ਬਾਈ ਜੀ ਸਾਡੇ ਦੋਸਤ ਨੇ, ਰੂਪੀ ਹੋਣੀ ਉੱਥੇ, ਤੇ ਉੱਥੇ ਤੁਸੀਂ ਕਦੇ ਵੀ ਜਾਓ ਔਖਨਾਗਨ ਦੇ ਵਿੱਚ ਤਾਂ ਖਾਸ ਖਿਆਲ ਰੱਖਣਾ ਕਿ ਬਹੁਤ ਵਧੀਆ ਕਮਿਊਨਿਟੀ ਸਾਡੀ ਵਸਦੀ ਹੈ। ਵਾਈਨਰੀ ਸਾਡੀਆਂ ਬਹੁਤ ਨੇ, ਕਿਸਮਤ ਵਾਈਨਰੀ, ਧਾਲੀਵਾਲ ਬ੍ਰਦਰਜ਼ ਨੇ, ਤੇ ਹੋਰ ਵੀ ਬਿਜ਼ਨਸ ਸਾਡੇ ਹੋਟਲ ਮੋਟਰਸ ਨੇ। ਤੇ ਇਸ ਦੇ ਲਈ ਗੱਲ ਇਹ ਸੀ ਵੀ ਛੋਟਾ ਟ੍ਰਿਪ ਸੀ, ਛੇਤੀ ਜਾ ਕੇ ਤੁਸੀਂ ਵਾਪਸ ਆਉਂਦੇ ਸੀ, ਤੇ ਤੁਸੀਂ ਬੜਾ ਪਸੰਦ ਕੀਤਾ ਇਸ ਵਾਰ ਗਰਮੀਆਂ ਦਾ ਗੇੜਾ। ਤੇ ਅੱਗੇ ਨੂੰ ਵੀ ਉੱਥੇ ਲੋਕ ਕਈ ਪ੍ਰੋਪਰਟੀਜ਼ ਦੀ ਵੀ ਸੋਚ ਰਹੇ ਨੇ ਵੀ ਉੱਥੇ ਵਕੇਸ਼ਨ ਹੋਮ ਟਾਈਪ ਤੇ ਲਿਆ ਜਾਵੇ, ਪਰ ਇਹ ਸਾਰੀਆਂ ਚੀਜ਼ਾਂ ਕੰਸੀਡਰ ਕਰਨੀਆਂ ਨੇ ਤੁਸੀਂ ਵੀ ਤੁਹਾਡੇ ਕੋਲ ਕਿੰਨਾ ਕੁ ਸਮਾਂ ਜਾਣ ਦਾ। ਇਸ ਤਰ੍ਹਾਂ ਨਹੀਂ ਕਿ ਕਈ ਵਾਰ ਪਹਿਲੀ ਵਾਰ ਗਏ ਸਾਨੂੰ ਜਗ੍ਹਾ ਬਹੁਤ ਵਧੀਆ ਲੱਗਦੀ ਹੈ, ਤੇ ਪਰ ਇਹ ਵੇਖਣਾ ਕਿ ਲਾਈਫ ਸਟਾਈਲ ਕੀ ਹੈ, ਕਿੰਨਾ ਕੁ ਜਾ ਸਕਦੇ, ਕਿੰਨਾ ਕੁ ਉੱਥੇ ਰਹਿ ਸਕਦੇ। ਪਰ ਇਹ ਫਾਰਮਿੰਗ ਦੇ ਵਿੱਚ ਜਿਹੜਾ ਕ੍ਰੌਪ ਹੈ ਤੋੜਨ ਵਗੈਰਾ ਦਾ ਬੜਾ ਮੁਸ਼ਕਲ ਆਈ ਹੈ। ਇਹ 'ਚ ਮੁਸ਼ਕਲ ਇਹ ਵੱਡੀ ਸੀ, ਫਰੋਸਟ ਜਿਹੜਾ ਉਹ ਨੇ ਵੀ ਖਰਾਬ ਕੀਤਾ, ਮੀਂਹ ਨੇ ਵੀ ਖਰਾਬ ਕੀਤਾ। ਫਸਲ ਤਾਂ ਜਿਹੜੀ ਹੈ ਉਹ ਤਾਂ ਉਹ ਕਹਿੰਦੇ ਖੇਤੀ ਤਾਂ ਜਿਹੜੀ ਉਹ ਖਸਮਾ ਸੇਤੀ ਹੋਈ ਹੈ, ਖੇਤੀ ਕਿਤੇ ਵੀ ਹੋਵੇ। ਪੰਜਾਬ ਦੀ ਖੇਤੀ ਹੈ ਜਿਹੜੀ ਹੁਣ ਆਰਡੀਨੈਂਸ ਦੇ ਬਿੱਲ ਨੇ, ਉਹਦੇ ਤੇ ਮੈਂ ਵਪਾਰਕ ਸੰਦੇਸ਼ਾਂ ਤੋਂ ਬਾਅਦ ਆ ਕੇ ਤੁਹਾਨੂੰ ਗੱਲਬਾਤ ਕਰਦਾ। ਤੇ ਇੱਕ ਜਾਂਦੇ ਜਾਂਦੇ ਇੱਕ ਮੁਹੰਮਦ ਸਦੀਕ ਦਾ ਆ ਕੇ ਸੁਣਾਉਣਾ, ਤੇ ਉਹ ਆਰਡੀਨੈਂਸ ਤੇ ਹੁਣ ਉਹਦੇ ਚੋਂ ਰਾਜਨੀਤੀ ਕਿੱਧਰ ਨੂੰ ਜਾ ਰਹੀ, ਇਹਦੇ ਤੇ ਵੀ ਕੁਛ ਗੱਲ ਕਰਨਾ। ਅਗਲੇ ਹਿੱਸੇ 'ਚ ਚੋਣਾਂ ਬਾਰੇ ਵੀ ਕੁਛ ਗੱਲ ਕਰਨੀ ਹੈ, ਤੇ ਜਿਹੜੀ ਗੋਲੀ ਚੱਲੀ ਹੈ 82 ਐਵਨਿਊ ਤੇ ਉਹਦੇ ਬਾਰੇ ਵੀ ਗੱਲਬਾਤ ਕਰਨੀ ਹੈ।
1:07 ਹੋਇਆ जी। आवाज की कोई मुश्किल आ रही है जी, करते हैं बंदे लाए हुए ने इंजीनियर, कुछ उधरों दूजी आवाज तो बाद फिर होर भी घट लगती है। कल कहानी सुनानी है, उस तो पहला इनू शूट कर देंगे, फिक्र ना करो। अच्छा, जिहड़ा इशू तुहाडे मैं ध्यान गोचरे लियाउणा चाहुंदा वो ये है कि वोटां जिहड़ियां आ गईयां, महीना ही रह गया, 24 दिन सच, अज 29 तरीक हो गई। अपनी जानकारी आ जिहड़ी कोई भी आइडेंटिटी दा, जिहड़ी कोई भी आइडेंटिटी आ, वो किसी नूं दे ना दिओ, ये खास ख्याल रखना है। ਉਹਦਾ ਕਾਰਨ ਇੱਕ ਤੁਹਾਨੂੰ ਦੱਸਾਂ, ਉਹ ਇਹ ਹੈ ਕਿ ਇੱਕ ਇਸ ਵਾਰ ਵੱਡਾ ਜਿਹੜਾ ਇਸ਼ੂ ਚੱਲ ਰਿਹਾ ਉਹ ਇਹ ਹੈ ਕਿ ਮੇਲ ਇਨ ਬੈਲਟ ਜਿਹੜਾ ਉਹ ਮੰਗਾਉਣ ਦੀ ਇਹ ਕਹਾਣੀ ਚੱਲ ਰਹੀ ਹੈ। ਉਹ ਕੀ ਹੈ? ਉਹ ਇਹ ਹੈ ਕਿ घर का कोई बीमार या घर का बाहर कनेडा तो गया होया, उसकी मेल एंड बैलेट जिहड़ी मंगाई है। हुण ये भी आपां नूं पता है, साडे मापे सिटीजन ने जिहड़े 6-6 महीने नहीं मुड़दे ज़्यादा, वो इस बार आ नहीं सके इंडिया च। जां तां इंडिया जाएगा मेल एंड बैलेट, उत्थों आऊगा। किते तुसीं अपने तौर ते घरे मंगा के ते घरों ਉਹਨਾਂ ਦੀ ਵੋਟ ਪਾ ਕੇ ਨਾ ਘੱਲ ਦਿਓ, ਤੇ ਕੱਲ ਨੂੰ ਕਿਤੇ ਉਹਨਾਂ ਦਾ ਚੈੱਕ ਹੋ ਜਵੇ ਕਿਸੇ ਨਾ ਤਰੀਕੇ ਦੇ ਨਾਲ, ਉਹਨਾਂ ਦੀ ਪੈਨਸ਼ਨ ਬੰਦ ਹੋਈ ਹੋਵੇ, ਗਵਰਨਮੈਂਟ ਦੇ ਵਿੱਚ ਕੋਈ ਪੇਪਰ ਆ ਜਾਣ ਤੇ ਉਧਰ ਵੋਟ ਤੁਹਾਡੀ ਲੋਕੇਟ ਹੋ ਜਵੇ, ਕਿਉਂਕਿ ਵੋਟ ਤਾਂ ਤੁਹਾਡੇ ਨਾਂ ਨਾਲ ਹੀ ਆਉਣੀ ਹੈ ਨਾ। ਤੇ ਫਿਰ ਇਹ ਵੇਖ ਲਓ, ਇਹ ਬਹੁਤ ਵੱਡਾ ਇੱਕ ਇਸ਼ੂ ਹੋਇਆ ਸੀ। ਤੁਹਾਨੂੰ ਯਾਦ ਹੈ ਸਿਟੀ ਦੀਆਂ ਇਲੈਕਸ਼ਨਾਂ 'ਚ 18 'ਚ 2018 ਦੀਆਂ, ਹੁਣ ਉਹਦੀ ਇਨਵੈਸਟੀਗੇਸ਼ਨ ਪੂਰੀ ਹੋਈ ਸੀ ਪਿਛਲੇ ਸਾਲ, ਪਰ ਹਾਲੇ ਕੁਝ ਦੱਸਿਆ ਨਹੀਂ। ਵੇਖ ਅਫਸਰੀ ਨੇ ਇਹ ਕੰਪਲੇਂਟ ਕੀਤੀ ਸੀ ਕਿ 15,000 ਤੱਕ ਇਹ ਵੋਟਾਂ ਪੈ ਸਕਦੀਆਂ, 25-25 ਬੰਦਿਆਂ ਨੂੰ ਕੱਲੇ ਨੂੰ ਕਿਹਾ, ਤੇ 600 ਬੰਦਾ ਇਹਦੇ ਵਿੱਚ ਲੱਗਿਆ ਹੋਇਆ। ਉਹ ਕੀ ਸੀ, ਐਬਸੈਂਟੀ ਜਿਹੜੇ ਬੈਲਟ ਸੀ ਉਹ ਆਰਡਰ ਕਰਨੇ ਸੀ, ਆਰਡਰ ਕਰਕੇ ਤੇ ਉਹ ਪਾ ਕੇ ਫਿਰ ਭੇਜ ਦੇਣੇ ਸੀ ਜਿਹੜੀ ਪਾਰਟੀ ਨੇ ਪਾਉਣੇ ਸੀ, ਜਿਹਨੂੰ ਪਾਉਣੇ ਸੀ। ਹੁਣ ਇਸ ਪਾਰਟੀ ਦਾ ਤਾਂ ਪਤਾ ਨਹੀਂ ਕਿਹਨੇ ਮੰਗਾਇਆ ਸੀ, ਪਰ ਇਹ ਗੱਲ ਚੱਲੀ। ਹੁਣ ਫਲੀਟਵੁੱਡ ਕੰਸਟੀਚੁਐਂਸੀ ਦੇ ਵਿੱਚ ਇੱਕ ਸੁਨੇਹਾ ਜਿਹੜਾ ਆਇਆ ਕਿ ਆਪ ਇੰਟਰਨਲ ਕਿ ਜੀ ਮੇਲ ਐਂਡ ਬੈਲਟ ਲਈ ਰਜਿਸਟਰ ਕਰੋ ਵੱਧ ਤੋਂ ਵੱਧ। ਉਹ ਕੀ ਹੈ? ਮੇਲ ਐਂਡ ਬੈਲਟ ਦੇ ਵਿੱਚ ਰਜਿਸਟਰ ਕਰਨ ਦੇ ਨਾਲ ਉਹਦੇ ਚ ਕੀ ਕੈਂਡੀਡੇਟ ਦਾ ਉਹ ਚ ਕੀ ਇਸ਼ੂ ਹੈ, ਉਹ ਕਿਉਂ ਕਹਿ ਰਿਹਾ ਹੈ? ਉਹ ਬਿਲਕੁਲ ਕਹਿ ਸਕਦਾ ਹੈ ਕਿ ਭਾਈ ਆਪਣੇ ਵੋਟਰ ਜਿਹੜੇ ਨੇ ਮਾਰਕ ਕਰੋ, ਏਰੀਏ 'ਚ ਲਿਸਟ ਬਣਾਓ, ਕਿਹੜਾ ਆਪਣਾ ਸਪੋਰਟਰ ਹੈ, ਕਿਹੜਾ ਐਨਡੀਪੀ ਦਾ ਸਪੋਰਟਰ ਹੈ, ਕਿਹੜਾ ਇਨ ਬਿਟਵੀਨ ਆ, ਰੈੱਡ, ਯੈਲੋ ਤੇ ਗ੍ਰੀਨ, ਇਹ ਮਾਰਕਿੰਗ ਹੁੰਦੀ ਹੈ। ਪਰ ਜੇ ਤੁਸੀਂ ਇਹ ਸੁਨੇਹਾ ਦਿੰਦੇ ਹੋ ਵੀ ਜਿਹੜੇ ਮੇਲ ਐਂਡ ਬੈਲਟ ਲਈ ਰਜਿਸਟਰ ਕਰੋ, ਉਹਦਾ ਉਹ ਕੀ ਸੁਨੇਹਾ? ਉਹ ਸੁਨੇਹਾ ਕੀ ਤੁਸੀਂ ਦੇ ਸਕਦੇ ਹੋ? ਕੀ ਤੁਸੀਂ ਕਿਸੇ ਦੀ ਆਇਡੈਂਟੀਟੀ ਲੈ ਸਕਦੇ ਹੋ, ਮੰਗਾ ਸਕਦੇ ਹੋ? ਕਿਸੇ ਦੀ ਆਇਡੈਂਟੀਟੀ ਲਈ ਕਹਿ ਸਕਦੇ ਹੋ? ਬਿਲਕੁਲ ਨਹੀਂ ਕਹਿ ਸਕਦੇ। ਆਇਡੈਂਟੀਟੀ ਥੈਫਟ ਹੈ, ਸਿਰਫ ਐਥੋਰਾਈਜ਼ਡ ਬੰਦੇ ਇਸ ਨੂੰ ਮੰਗ ਸਕਦੇ। ਹੁਣ ਉਹਦੇ ਵਿੱਚ ਸੁਨੇਹੇ 'ਚ ਇਹ ਕਹੀ ਜਾ ਰਿਹਾ ਵੀ ਟੀਮ ਦੇ ਤੌਰ ਤੇ ਸਾਡਾ ਟਾਸਕ ਇੱਕ ਹੈ ਕਿ ਜਿੰਨੇ ਵੱਧ ਤੋਂ ਵੱਧ ਰਜਿਸਟਰਡ ਅਸੀਂ ਵੋਟਰ ਕਰ ਸਕੀਏ ਬੈਲਟਸ ਐਂਡ ਮੇਲ ਦੇ ਲਈ। ਇਹ ਕੀ ਸੁਨੇਹਾ ਹੋਇਆ ਬਈ? ਇਹ ਤਾਂ ਬਹੁਤ ਐਮਰਜੈਂਸੀ ਦੇ ਵਿੱਚ ਕੋਈ ਬਿਮਾਰ ਹੈ। ਅਸਲ ਤਾਂ ਪ੍ਰੋਟੋਕਾਲ ਜੇ ਸਰਕਾਰ ਨੇ ਸਾਰਿਆਂ ਦੇ ਘਰੇ ਬੈਲਟ ਦੇ ਨਾਲ ਹੀ ਕੰਮ ਕਰਾਉਣਾ ਬਈ ਮੁਸ਼ਕਲ ਹੈ, ਤੇ ਇਹ ਜਿਹੜਾ ਕੋਵਿਡ ਕਰਕੇ ਉਹ ਫਿਰ ਉਹ ਤਾਂ ਇਲੈਕਸ਼ਨ BC ਕਰੂ ਨਾ ਬਈ ਭਾਈ ਤੁਸੀਂ ਸਾਰਿਆਂ ਨੇ, ਕਿਸੇ ਨੇ ਫਿਜ਼ੀਕਲੀ ਬਾਹਰ ਨਹੀਂ ਆਉਣਾ, ਕਿਸੇ ਤੋਂ ਵੋਟਾਂ ਨਹੀਂ ਅਸੀਂ ਪਾਉਣੀਆਂ, ਤੁਸੀਂ ਸਾਡੀਆਂ ਮੇਲ ਇਨ ਬੈਲਟ। ਅੱਛਾ, ਬੈਲਟਸ ਜਿਹੜੇ ਮੇਲ ਦੇ ਵਿੱਚ ਉਹ ਪਰਿਵਾਰ ਕਰਦਾ, ਉਹਨੂੰ ਕੋਈ ਕੰਸਟੀਚੁਐਂਸੀ ਕੈਂਪੇਨ ਮੈਨੇਜਰ ਤੇ ਕੋਈ
ਇਹ ਨਹੀਂ ਕਹਿ ਸਕਦਾ ਆਇਡੈਂਟੀਫਾਈ ਕਰ ਲਈ ਵੋਟਰ ਵੀ ਆਇਡੈਂਟੀਫਾਈ ਕਰੋ ਵੋਟਰ ਤੇ ਪਰਸਨ 18 ਸਾਲ ਦਾ ਹੋਵੇ, ਕੈਨੇਡੀਅਨ ਸਿਟੀਜ਼ਨ ਹੋਵੇ ਤੇ ਉਹਦੀ ਇਨਫੋਰਮੇਸ਼ਨ ਕਿਹੜੀ ਚਾਹੀਦੀ ਹੈ? ਵੀ ਨੀਡ ਫੋਲੋਇੰਗ ਇਨਫੋਰਮੇਸ਼ਨ ਆਫ ਈਚ ਵੋਟਰ, name, date of birth, address, phone, email address, one piece of identification, driver license, SIN number, health card number. ਲਓ ਜੀ ਇਹ ਹੈ। ਤੇ we need to register each and every voter via internet, ਮਤਲਬ ਇਨਫੋਰਮੇਸ਼ਨ ਸਾਨੂੰ ਲਿਆਇਓ, ਅਸੀਂ ਕਰਾਂਗੇ। ਜਾਂ ਤਾਂ ਹੁੰਦਾ ਨਾ ਸੁਨੇਹਾ ਵੀ ਘਰ ਘਰ ਜਾਓ, ਜਿਨ੍ਹਾਂ ਨੇ ਬੈਲਟਸ ਉਹਨਾਂ ਨੂੰ ਕਹੋ ਵੀ ਭਾਈ ਤੁਸੀਂ ਆਪਣੇ ਮੇਲ ਇਨ ਬੈਲਟ ਜਿਹੜੇ ਮੰਗਾਉਣ ਦੇ ਲਈ ਰਜਿਸਟਰ ਕਰੋ। ਸੁਨੇਹਾ ਕੀ ਹੈ ਕਿ ਟੀਮ ਦੇ ਤੌਰ ਤੇ ਮੇਨ ਟਾਸਕ ਹੈ ਤੁਹਾਡਾ ਟੂ ਰਜਿਸਟਰ ਐਜ਼ ਮੈਨੀ ਵੋਟਰ ਐਜ਼ ਵੀ ਕੈਨ ਬਾਈ ਆਰਡਰਿੰਗ ਬੈਲਟਸ ਇਨ ਮੇਲ। Please identify all voters in Fleetwood. Person must be 18 years old and Canadian citizen. We need following information of each voter. देखो ਉਹਦੇ ਚ ਨਾਮ, ਡੇਟ ਆਫ ਬਰਥ, ਐਡਰੈਸ, ਫੋਨ ਤੇ ਆਇਡੈਂਟੀਫਿਕੇਸ਼ਨ। ਤੇ ਅਖੀਰ ਚ ਆਈ ਹੋਪ ਐਜ਼ ਅ ਟੀਮ we will able to gather good number of voters. ਕਮਾਲ ਹੋ ਗਈ। ਹੁਣ ਇਹਦੇ ਤੇ ਇਹ ਕਿੱਡਾ ਇਸ਼ੂ ਆ, ਤੁਸੀਂ ਇਹਨੂੰ ਸਮਝ ਸਕਦੇ ਹੋ? ਇਹਨੂੰ ਵੀ ਆਇਡੈਂਟੀਟੀ ਕਿਸੇ ਦੀ ਮੰਗ ਸਕਦੇ ਹੋ ਤੁਸੀਂ? ਆਇਡੈਂਟੀਟੀ ਥੈਫਟ, ਜਿਹੜੀ ਸੈਂਸਿਟਿਵ ਇਨਫੋਰਮੇਸ਼ਨ ਤੁਸੀਂ ਨਹੀਂ ਮੰਗ ਸਕਦੇ ਕਿਸੇ ਦੀ। ਉਹ ਪਰਿਵਾਰ ਦੀ ਆਪਣੀ ਮਰਜ਼ੀ ਹੈ ਕਿ ਉਹਨਾਂ ਨੇ ਬੈਲਟਸ ਮੰਗਾਉਣੇ ਨੇ ਜਾਂ ਉਹਨਾਂ ਨੇ ਜਾ ਕੇ ਅਪਲਾਈ ਕਰਨਾ, ਜਾ ਕੇ ਐਡਵਾਂਸ ਪੋਲਿੰਗ 10 ਦਿਨ ਐਡਵਾਂਸ, 7-8 ਦਿਨ ਐਡਵਾਂਸ ਪੋਲਿੰਗ ਹੈ, ਬਹੁਤ ਸਮਾਂ। ਮੇਲ ਇਨ ਬੈਲਟਸ ਮਤਲਬ ਇਹ ਵੀ ਇਨਫੋਰਮੇਸ਼ਨ ਲੈ ਲਓ ਤਾਂ ਰਜਿਸਟਰਡ ਆਪ ਕਰਨੀ ਹੈ, ਫਿਰ ਉਹ ਡਿਲੀਵਰ ਕਿਤੇ ਹੋਰ ਕਰਾਉਣੀ ਹੈ। ਇਹਦਾ ਮਤਲਬ ਇਹ ਹੋਊਗਾ ਇਹਦੇ ਚ ਇਹ ਜਿਹੜੀ ਖਬਰ ਹੈ ਇਹਨੂੰ ਲਿਖਣ ਲਈ, ਇਹਨੂੰ ਭੇਜਣ ਲਈ ਇਨਫੋਰਮੇਸ਼ਨ ਤੁਸੀਂ ਸੋਚ ਸਕਦੇ ਵੀ ਇਹ ਕੀ ਇਨਫੋਰਮੇਸ਼ਨ ਬਾਹਰ ਭੇਜ ਰਿਹਾ, ਮੰਗ ਕੀ ਰਹੇ ਹੋ ਤੁਸੀਂ? ਔਰ ਮੇਨ ਬੰਦੇ ਸੋ ਇਹੋ ਜਿਹਾ ਕੁਛ ਜਦ ਅਸੀਂ ਕਰਾਂਗੇ ਕਮਿਊਨਿਟੀ ਦੇ ਵਿੱਚ, ਮੈਨੂੰ ਨਹੀਂ ਸਮਝ ਲੱਗਦੀ ਬਈ ਅਸੀਂ ਕੀ ਕਰ ਕੀ ਰਹੇ ਹਾਂ, ਅਸੀਂ ਕਿਹੜੀ ਪਿਰਤ ਪਾ ਰਹੇ ਹਾਂ, ਅਸੀਂ ਕੀ ਇਹਦੇ ਚੋਂ ਕੱਢਣਾ ਪਾਉਣਾ ਚਾਹੁੰਦੇ ਹਾਂ, ਕਿਹੜਾ ਕਰੈਕਟਰ ਅਸੀਂ ਬਿਲਡ ਕਰ ਰਹੇ ਹਾਂ ਇਹਦੇ ਚ। ਬਚਿੱਤਰ ਸਿੰਘ ਜੀ ਲਾਈਨ ਨੰਬਰ 2 ਤੁਸੀਂ ਏਅਰ ਤੇ ਹੋ। ਲਾਈਨ ਨੰਬਰ 2 ਬਚਿੱਤਰ ਸਿੰਘ ਜੀ। ਸੋ ਇਹ ਜਿਹੜਾ ਇੱਕ ਇਸ਼ੂ ਹੈ ਜਿਹੜਾ ਧਿਆਨ ਗੁੱਜ ਰਿਹਾ। ਬਾਕੀ ਮੀਡੀਆ ਗੱਲ ਕਰੇ ਨਾ ਕਰੇ, ਮੇਰੇ ਕੋਲੇ ਗੱਲ ਪਹੁੰਚੀ, ਮੈਂ ਕਰਨੀ ਚਾਹੁੰਦਾ, ਮੈਂ ਤੁਹਾਨੂੰ ਅਲਰਟ ਕਰਨਾ ਚਾਹੁੰਦਾ ਵੀ ਕਿਸੇ ਨੂੰ ਇਨਫੋਰਮੇਸ਼ਨ ਨਹੀਂ ਦੇਣੀ, ਜਿਹਨੂੰ ਮਰਜ਼ੀ ਵੋਟ ਪਾਓ, ਇਹ ਤੁਹਾਡਾ ਸਵੈ ਸਿੱਧ ਅਧਿਕਾਰ ਹੈ। ਕਿਸੇ ਨੂੰ ਇਨਫੋਰਮੇਸ਼ਨ ਨਹੀਂ ਦੇਣੀ। ਆਪ ਪਰਿਵਾਰ ਨੂੰ ਕਹੋ ਕਿ ਇਲੈਕਸ਼ਨ BC ਦੀ ਵੈਬਸਾਈਟ ਤੇ ਜਾ ਕੇ ਘਰੇ ਵੋਟਾਂ ਮੰਗਾਉਣੇ, ਘਰੇ ਆਪ ਮੰਗਾਓ, ਪਰ ਕਿਸੇ ਨੂੰ ਇਨਫੋਰਮੇਸ਼ਨ ਨਾ ਦੇ ਦਿਓ। ਜੇ ਤੁਸੀਂ ਨਾਂ ਦੇਤਾ, ਡੇਟ ਆਫ ਬਰਥ ਦੇਤੀ, ਐਡਰੈਸ ਦੇਤਾ, ਇੱਕ ਆਇਡੈਂਟੀਫਿਕੇਸ਼ਨ ਦੇਤੀ, ਤੇ ਉਹਦੇ ਬਾਅਦ ਤੁਹਾਡੇ ਕੋਲ ਕੀ ਰਹਿ ਗਿਆ? ਕੱਖ ਵੀ ਨਹੀਂ। ਬਚਿੱਤਰ ਸਿੰਘ ਜੀ ਲਾਈਨ ਨੰਬਰ 2। ਹੈਲੋ ਸਰ, ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਮੈਂ ਤੋਂ ਵੀ ਇਹ ਸਾਖੀ ਹੋ ਗਈ। ਮੈਂ ਰਹਿਣਾ ਡੈਲਟੇ ਚ, ਫਲੀਟਵੁੱਡ ਦੇ ਕਿਸੇ ਜਾਣ ਪਛਾਣ ਦੇ ਕੈਂਡੀਡੇਟ ਨੇ ਤਾਂ ਭੇਜਤਾ ਸੀ ਲਿੰਕ, ਮੈਂ ਗਲਤੀ ਨਾਲ ਸਾਰੀ ਜਾਣਕਾਰੀ ਦੇ ਚੁੱਕਿਆ। ਤੁਸੀਂ ਅੱਖਾਂ ਖੋਲੀਆਂ, ਹੁਣ ਕੁਝ ਹੋ ਸਕਦਾ ਜੀ, ਦੱਸੋਗੇ? ਤੁਸੀਂ ਕਿਹਨੂੰ ਭੇਜਿਆ ਜੀ? ਇਹ ਕੈਂਡੀਡੇਟ ਦਾ ਨਾਮ ਦੱਸ ਦਈਏ ਜੀ, ਨਹੀਂ ਤਾਂ ਫਿਰ ਦੇਖ ਲਓ। ਨਹੀਂ, ਮੈਂ ਮਤਲਬ ਤੁਹਾਤੋਂ ਕਿਹਨੇ ਮੰਗਾਇਆ ਇਹ? ਤੁਹਾਡੀ ਕੰਸਟੀਚੁਐਂਸੀ ਕਿਹੜੀ ਹੈ? ਤੁਸੀਂ ਫਲੀਟਵੁੱਡ ਕਿਵੇਂ ਭੇਜ ਸਕਦੇ ਹੋ? ਮੈਂ ਰਹਿਣਾ ਤਾਂ ਡੈਲਟਾ 'ਚ ਹੀ ਆ ਜੀ, ਬਟ ਉਹ ਜਿਹੜੇ ਫਲੀਟਵੁੱਡ 'ਚ ਕੋਈ ਕੈਂਡੀਡੇਟ ਖੜੇ ਹੋਏ ਆ, ਉਹ ਜਾਣ ਪਛਾਣ ਵਾਲੇ ਨੇ, ਤੇ ਉਹਨਾਂ ਨੇ ਜਿਵੇਂ ਹੁੰਦੇ ਨੇ ਉਹ WhatsApp ਤੇ ਭੇਜ ਦਿੰਦੇ ਨੇ, ਤੇ ਉਵੇਂ ਭੇਜਿਆ ਸੀਗਾ ਜੀ। ਤੇ ਮੈਂ ਸੋਚਿਆ ਸਾਰਿਆਂ ਦੇ ਫਾਇਦੇ ਦੀ ਗੱਲ ਆ, ਮੈਂ ਸਾਈਨ ਕਰਤਾ, ID ਵੀ ਮੰਗਿਆ ਸੀ। ਤੁਹਾਡੀ ਗੱਲ ਸਹੀ ਆ, ਉਹ ਮੈਂ ਕਰ ਬੈਠਾ ਗਲਤੀ, ਤੇ ਹੁਣ ਕੀ ਹੋ ਸਕਦਾ ਜੀ ਇਹਦੇ ਬਾਰੇ? ਮੈਂ ਰਹਿਣਾ ਡੈਲਟਾ 'ਚ।
ਨਹੀਂ ਬਾਈ ਜੀ ਬਚਿੱਤਰ ਸਿੰਘ ਜੀ, ਜਦ ਤੁਸੀਂ ਕੰਸਟੀਚੁਐਂਸੀ ਤੁਹਾਡੀ ਹੈ ਨਹੀਂ, ਤੁਸੀਂ ਹੋਰ ਕੰਸਟੀਚੁਐਂਸੀ 'ਚ ਵੋਟ ਕਿਵੇਂ ਪਾ ਸਕਦੇ ਹੋ? ਇਹੀ ਤਾਂ ਹੈਰਾਨੀ ਵਾਲੀ ਆਉਂਦੀ। ਹੁਣ ਮੈਂ ਸੋਚ ਰਿਹਾ ਇਹ ਗਲਤੀ ਹੋ ਗਈ ਜੀ। ਇਹਦੇ ਬਾਰੇ ਮਤਲਬ ਮੈਂ ਸੋਚਿਆ ਸਾਰਿਆਂ ਤੋਂ ਮੰਗਿਆ ਹੋਊ, ਚਲੋ ਵੀ ਇਹਨੇ ਭਾਈਬੰਦ ਹੈਗਾ ਵੀ ਇਹਨੇ ਆਪਣੀ ਮਦਦ ਕਰਨ ਲਈ ਇਸ ਕਰਕੇ ਲਿੰਕ ਭੇਜਤਾ ਇਹ। ਮੈਂ ਉਸ ਨੰਬਰ ਤੁਸੀਂ ਮੈਨੂੰ ਫੋਨ ਤਾਂ ਆਪਣਾ ਨੰਬਰ ਦਿਓ ਜੀ, ਮੈਂ ਤੁਹਾਨੂੰ ਕੰਟੈਕਟ ਕਰਦਾ, ਜਾਂ ਤੁਸੀਂ ਮੈਨੂੰ ਭੇਜ ਦਿਓ ਆਪਣਾ ਨੰਬਰ ਮੇਰੇ ਸੈੱਲ ਤੇ। ਠੀਕ ਹੈ ਜੀ, ਮੈਂ ਤੁਹਾਡਾ ਨੰਬਰ ਹੈਗਾ ਭੇਜ ਦੇਣਾ ਮੈਂ ਤੁਹਾਨੂੰ। 6047291224 ਮੈਨੂੰ ਮੈਸੇਜ ਕਰੋ। ਸਰ ਸਾਹਿਬ ਸੁਣਿਓ ਮੇਰੀ ਬੇਨਤੀ, ਕਦੇ ਵੀ ਆਪਣੀ ਆਇਡੈਂਟੀਫਿਕੇਸ਼ਨ ਕਿਸੇ ਨੂੰ ਨਹੀਂ ਦੇਣੀ, ਕਦੇ ਵੀ, ਨਾ ਡੇਟ ਆਫ ਬਰਥ, ਨਾ ਸਿਨ, ਨਾ ਡਰਾਈਵਿੰਗ ਲਾਇਸੈਂਸ, ਕਦੇ ਵੀ। ਤੇ ਜਿਹੜਾ ਤੁਹਾਡਾ ਹਲਕਾ ਉੱਥੇ ਹੀ ਵੋਟ ਪਾਉਣੀ ਹੈ। ਜਾਂ ਤੁਹਾਨੂੰ ਪਤਾ ਹੈ ਮੈਂ ਡੈਲਟੇ 'ਚ ਰਹਿਣਾ, ਉਹ ਸਰੀ 'ਚ ਰਹਿੰਦਾ ਹੈ, ਅਗਲੇ ਨੇ ਤੁਹਾਡਾ ਨਾਂ ਲਿਸਟ 'ਚ ਪਾ ਕੇ ਤੁਹਾਨੂੰ ਇਨਫੋਰਮੇਸ਼ਨ ਤਾਂ ਭੇਜਤੀ ਬਈ ਤੁਸੀਂ ਉਹਦੇ ਦੋਸਤ ਹੋਵੋਗੇ, ਤੁਹਾਨੂੰ ਉਹਨੇ ਭੇਜਤੀ, ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਮੇਰਾ ਹਲਕਾ ਹੈ ਨਹੀਂ। ਚਲੋ ਕੋਈ ਨਾ, ਤੁਸੀਂ ਮੈਸੇਜ ਕਰਿਓ, ਆਪਾਂ ਗੱਲ ਕਰਦੇ ਹਾਂ। ਠੀਕ ਹੈ ਜੀ, ਧੰਨਵਾਦ। ਥੈਂਕ ਯੂ। ਮੇਰੇ ਕਹਿਣ ਦਾ ਮਤਲਬ ਦੇਖੋ, ਹੁਣ ਹੁਣ ਇਸ਼ੂ ਕੀ ਹੈ ਕਿ ਅਸੀਂ ਬਹੁਤ ਭੋਲੇ ਆ। ਇੱਕ ਹੋਰ ਬਾਹਰ ਕੋਈ ਕੈਂਪੇਨ ਚੱਲਦੀ ਹੈ, ਕਿਸੇ ਦੇ ਕੋਈ ਦਸਤਖਤ ਕਰਾ ਰਿਹਾ, ਕੋਈ ਕੈਂਪੇਨ ਦੇ ਲਈ ਤੁਹਾਨੂੰ ਕਿਸੇ ਗੁਰਦੁਆਰੇ ਖੜਾ, ਕਿਸੇ ਇਕੱਠ 'ਚ ਖੜਾ, ਉੱਥੇ ਨਾਂ ਲਿਖਣਾ ਇਕੱਲਾ ਤੇ ਦਸਤਖਤ ਕਰਨਾ, ਕੋਈ ਵੀ ਉੱਥੇ ਆਇਡੈਂਟੀਫਿਕੇਸ਼ਨ ਨਹੀਂ ਦੇਣੀ, ਕੋਈ ਡਰਾਈਵਿੰਗ ਲਾਇਸੈਂਸ, ਕੋਈ ਕ੍ਰੈਡਿਟ ਕਾਰਡ, ਕੋਈ ਸਿਨ ਨੰਬਰ ਬਿਲਕੁਲ ਨਹੀਂ ਦੇਣਾ। ਕਿਉਂਕਿ ਜੇ ਤੁਹਾਡਾ ਨਾਂ ਆ ਗਿਆ, ਡੇਟ ਆਫ ਬਰਥ ਆ ਗਿਆ, ਤੁਹਾਡਾ ਐਡਰੈਸ ਆ ਗਿਆ, ਕੋਈ ਵੀ ਚੀਜ਼ ਬਿਲਡ ਕਰਦਾ ਪਤਾ ਵੀ ਨਹੀਂ ਲੱਗਣਾ ਤੁਹਾਨੂੰ ਵੀ ਤੁਹਾਡੇ ਨਾਂ ਤੇ ਅਗਲਾ ਕੀ ਲਈ ਫਿਰਦਾ। ਜਦ ਤੁਸੀਂ ਆ ਸਾਰੀ, ਜਿਵੇਂ ਅੱਜ ਬਚਿੱਤਰ ਸਿੰਘ ਹੋਣੀ ਦੱਸਦੇ ਆ ਨਾ, ਅਗਲੇ ਨੇ ਲਿਸਟ 'ਚ ਨਾਂ ਪਾ ਲਿਆ, ਐਡਰੈਸ ਤੇ ਮੰਗਾ ਲਿਆ, ਮਿਲਨ ਬੈਲਟ ਦੇ ਲਈ ਉਹ ਗੱਲ ਕੀਤੀ, ਹੁਣ ਡੈਲਟਾ ਵਾਲਿਆਂ ਨੇ ਵੀ ਚੱਕ ਕੇ ਭੇਜਤੀ ਵੀ ਉਹਨਾਂ ਦਾ ਨਾਂ ਪਾਇਆ ਹੋਇਆ ਉਹਦੇ 'ਚ, ਚਲੋ ਭੇਜ ਦਿਓ। ਇਹ ਗੱਲ 1 ਸਾਲ ਪਿਛਲੇ ਸਾਲ ਤੋਂ ਮੈਂ ਰੈਗੂਲਰ ਕਹਿ ਰਿਹਾ, ਬਹੁਤ ਬੇਨਿਯਮੀਆਂ ਨੇ। ਇਲੈਕਸ਼ਨ BC, ਇਲੈਕਸ਼ਨ ਕੈਨੇਡਾ ਨੂੰ ਕੁਝ ਕਰਨਾ ਚਾਹੀਦਾ, ਉਹਦੀ ਸਿਟੀਜ਼ਨਸ਼ਿਪ ਦਾ ਪ੍ਰੂਫ ਨਹੀਂ ਦੇ। ਮੈਂ ਖੁਦ ਜਾ ਕੇ ਪੁੱਛਿਆ ਜਾਂ ਰਿਟਰਨਿੰਗ ਅਫੀਸਰ ਨੂੰ, ਮੈਂ ਕੀ ਕਦੋਂ, ਕਹਿੰਦੇ ਨੋ, ਕੁਛ ਨਹੀਂ ਪੁੱਛਦੇ ਅਸੀਂ ਤਾਂ। ਕਿੰਨੀ ਵਾਰ ਦੱਸਿਆ ਤੁਹਾਨੂੰ, ਸਿਰਫ ਸਾਨੂੰ ਤਾਂ ਆ ਕੇ ਉਹਨੇ ਸਹੁੰ ਚੁੱਕਣੀ, ਮੈਂ ਕੈਨੇਡੀਅਨ ਸਿਟੀਜ਼ਨ, ਅਤੇ ਹਲਕੇ 'ਚ ਐਡਰੈਸ ਚਾਹੀਦਾ। ਹਲਕੇ ਦਾ ਐਡਰੈਸ ਕੀ ਹੈ? ਜਾ ਕੇ ਮੋਟਰ ਵਹੀਕਲ ਆਫਿਸ 'ਚ ਜਾਓ ਤੇ ਕਹੋ ਮੈਂ ਇੱਥੇ ਰਹਿਣਾ, ਬਸ। ਉਹ ਤੁਹਾਨੂੰ ਥੋੜਾ ਪੁੱਛਦੇ ਕਿੱਥੇ ਕਿਉਂ ਰਹਿਣਾ ਤੇ ਕਿੱਥੋਂ ਆਇਆ, ਕੀ ਆਉਣਾ। ਵੋਟ ਪਾ ਕੇ ਦੂਜੇ ਦਿਨ ਜਾ ਕੇ ਫੇਰ ਕਹਿ ਦੋ ਨੋ ਮੈਂ ਆਮ ਗੋਇੰਗ ਬੈਕ ਸਿਸਟਮ, ਬਸ। ਤੇ ਜਿਹੜੇ ਜਿਨ੍ਹਾਂ ਨੇ ਚੋਰੀਆਂ ਦੇਖੀਆਂ ਹੋਈਆਂ ਤੇ ਚੋਰੀਆਂ ਕੀਤੀਆਂ ਹੋਈਆਂ, ਉਹ ਆਹ ਸਿਸਟਮ ਇਹਨੂੰ ਤਾਂ ਖਿੱਦੋ, ਲੀਰਾਂ ਦੀ ਖਿੱਦੋ ਨੂੰ ਢੇੜ ਕੇ ਰੱਖ ਦੇਣਗੇ। ਚੋਰ ਬੰਦੇ ਜਿਨ੍ਹਾਂ ਦੇ ਚੋਰੀ ਸ਼ਰੇਆਮ ਜ਼ਿੰਦਗੀ 'ਚ ਕਰਦੇ ਆਏ ਹੋਣ, ਜਿਨ੍ਹਾਂ ਨੇ ਸਿਸਟਮ ਕਰਪਟ ਕੀਤਾ ਹੋਵੇ, ਤੇ ਉਹ ਇਸ ਤਰ੍ਹਾਂ ਵੋਟਾਂ ਨਹੀਂ ਪਵਾ ਸਕਦੇ, ਔਰ ਪੈ ਰਹੀਆਂ ਨੇ। ਔਰ ਲੋਕ ਇਕੱਠਾਂ 'ਚ ਬੈਠ ਕੇ ਉਹਦੇ ਕੋਲ ਕੰਟਰੋਲ ਬਹੁਤ ਹੈ, ਉਹਦੇ ਕੋਲ, ਉਹਦੇ ਤਾਂ ਭਾਈ ਸਾਹਿਬ ਟਿਪਸ ਤੇ ਆ। ਦੇਖੋ ਤੁਸੀਂ ਕਿਹੜੀ ਚੀਜ਼ ਗਲੋਰੀਫਾਈ ਕਰਦੇ ਹੋ? ਚੋਰੀ ਨੂੰ ਗਲੋਰੀਫਾਈ ਕਰ ਰਹੇ ਹੋ ਅਗਲੇ ਦਿਨ? ਕਿਹੜੀ ਟਿਪਸ ਤੇ ਆ ਗੱਲ? ਇਹ ਕਰੀ ਚਲੋ, ਗੁਲਾਮੀ ਆ ਇਹ ਕਲੀਅਰ ਗੁਲਾਮੀ ਆ। ਤੁਸੀਂ ਆਪਣਾ ਹੱਕ ਕਿਸੇ ਨੂੰ ਦੇ ਰਹੇ, ਚਾਹੇ ਕੋਈ ਇਲੈਕਸ਼ਨ ਆ। ਪਹਿਲੀ ਵਾਰ ਕਮਿਊਨਿਟੀ ਦੇ ਵਿੱਚ ਜਦ ਕਿਸੇ ਨੇ ਐਕਸ਼ਨ ਕੀਤਾ, ਸਰੀ ਦੇ ਵਿੱਚ ਇਲੈਕਸ਼ਨ 'ਚ 18 'ਚ ਜਦ ਗੱਲ ਚੱਲ ਪਈ ਵੀ ਐਬਸੈਂਟੀ ਬੈਲਟ ਆਰਡਰ ਹੋ ਰਹੇ ਨੇ, ਤੇ ਇਹਦੇ ਤੇ ਐਕਸ਼ਨ ਬੇਕਅਪ ਸਰੀ ਨੇ ਕੀਤਾ ਤੇ ਉਹਦਾ ਰੌਲਾ ਪਿਆ। ਉਹਦੀ ਇਨਵੈਸਟੀਗੇਸ਼ਨ ਜਿਹੜੀ ਪੁਲਿਸ ਨੇ ਕੀਤੀ, ਐਟਲੀਸਟ ਅਗਲੀ ਚੋਰੀ ਤਾਂ ਬੰਦ ਹੋ ਜੂ। ਜੇ ਇਸ ਤਰ੍ਹਾਂ ਹੀ ਹੋਇਆ ਵੀ ਮੇਲ ਐਂਡ ਬੈਲਟ ਜਿੱਥੇ ਮਰਜ਼ੀ ਮੰਗਾ ਲਓ, ਜਿਹੜਾ ਕੁਝ ਮਰਜ਼ੀ ਕਰ ਲਓ, ਤੇ ਕਿਸੇ ਯਾਰਾਂ ਦੋਸਤਾਂ ਤੋਂ, ਹੁਣ ਜੇ ਕਿਸੇ ਨੇ ਸਾਰੀ ਇਨਫੋਰਮੇਸ਼ਨ ਦੇ ਦਿੱਤੀ ਤੁਹਾਡੀ, ਤੁਸੀਂ ਉਹਦੇ ਬਾਅਦ ਤੁਹਾਡੀ ਇਨਫੋਰਮੇਸ਼ਨ ਜਿਹਦੇ ਕੋਲ ਭੇਜੀ, ਉੱਥੋਂ ਅੱਗੇ ਚੋਰੀ ਹੋ ਜਾਵੇ, ਇੱਥੇ ਕਿਤੇ ਕਲਾਸੀਫਾਈਡ ਸਿਸਟਮ ਥੋੜਾ ਵੀ ਇਹ FBI ਦਾ ਸਰਵਰ ਨੇ ਇਹਦੇ ਚੱਕ ਕੇ ਅਗਲਾ ਪੇਪਰ ਡੱਬ 'ਚ ਦੇ ਕੇ ਲਿਜਾਂਦੇ। ਮੈਂ ਵੇਖੇ ਮੇਰੀ ਕੈਂਪੇਨ 'ਚ ਗੇੜਾ ਕੱਢਣਾ, ਨਾਲੇ ਉਹ ਕੁਛ ਨਹੀਂ ਹੈ, ਚਾਹ ਵੀ ਪੀਣੀ, ਪੀਜ਼ਾ ਵੀ ਖਾਣਾ, ਚੱਕ ਕੇ ਥੱਬਾ ਚੱਕਣਾ, ਡੱਬ 'ਚ ਦੇ ਲੈਣਾ। ਦੱਸ, ਮਤਲਬ ਤੁਸੀਂ ਦੇਖਣ ਨੂੰ ਤੁਸੀਂ ਬੰਦੇ ਲੱਗਦੇ ਹੋ ਤੇ ਕੰਮ ਤੁਸੀਂ ਬੰਦੇ ਨਾਲ ਕਿਹੜਾ ਕਰਦੇ ਫਿਰਦੇ ਹੋ ਤੁਸੀਂ ਯਾਰ? ਸੂਈਏ ਬਾੜਨੇ ਇੱਕ ਦੂਜੇ ਦੇ, ਠੱਗਾ ਨੇ ਗਾਹਾਂ ਦਲਾਲ ਰੱਖੇ ਹੋਣੇ ਜਿਹੜੇ ਫੜ ਕੇ ਬੰਦੇ ਲੈ ਜਾਂਦੇ ਆ ਦਫ਼ਤਰਾਂ 'ਚ, ਉਹਨਾਂ ਨੂੰ ਕਮਿਸ਼ਨ ਮਿਲਦਾ, ਲਿਆ ਬੰਦਾ ਫੜਾ ਝਟਕਾਈਏ।
ਸੋ ਮਤਲਬ ਇਹ ਜਿਹੜੀ ਨਾ ਅਸੀਂ ਪ੍ਰਵਿਰਤੀ 'ਚ ਪੈ ਗਏ। ਪਲੀਜ਼ ਇਹਨੂੰ ਕੌਣ ਰੋਕ ਸਕਦਾ? ਮੈਨੂੰ ਪਤਾ ਅਸੀਂ ਕਰਨ ਵਾਲਿਆਂ 'ਚ ਹੈ ਨਹੀਂ 90%, ਅਸੀਂ ਕਰਨ ਵਾਲਿਆਂ 'ਚ ਨਹੀਂ ਹੈ, 10% ਨੇ ਜਿਹੜੇ ਕਰਨ ਵਾਲੇ ਨੇ, ਜਿਹੜੇ ਕਿਸੇ ਪਾਸੇ ਵੀ ਮੈਨੂਪੂਲੇਟ ਕਰਦੇ ਨੇ, ਚਾਹੇ ਉਹ ਡਿਵੈਲਪਮੈਂਟ 'ਚ ਕਰਦੇ ਨੇ, ਕਿਤੇ ਗੜਬੜ ਕਰਦੇ ਨੇ, ਕਿਤੇ NCP 'ਚ ਕਰਦੇ ਨੇ, ਕਿਤੇ ਉਹ ਕਰਪਸ਼ਨ ਕਰਕੇ ਮੀਡੀਆ ਨੂੰ ਕਰਪਟ ਕਰਕੇ ਗੜਬੜ ਕਰਾਉਂਦੇ ਨੇ, ਚਾਹੇ ਉਹ ਕਰਾਉਣ ਲੈਂਡ ਦੀ ਕਰਦੇ ਨੇ, ਕੁਛ ਵੀ ਕਰਦੇ ਨੇ। 90% ਬੰਦੇ ਆਪਣੇ ਆਪ ਨੂੰ ਆਇਡੈਂਟੀਫਾਈ ਕਰਕੇ ਪਰਾਂ ਹੋਵੋ ਇਸ ਗੱਠ 'ਚ। ਜਾਂ ਮੈਨੂੰ ਕੋਈ ਫੋਨ ਕਰਕੇ ਮੈਨੂੰ ਦੱਸੋ, ਲਓ ਜੀ ਫਲਾਣੇ ਮਿਲੀਅਨਰ ਨੇ ਮੇਰੇ ਮਿਲੀਅਨ ਬਣਾਤੇ, ਕਾਹਦੇ ਲਈ ਤੁਸੀਂ ਇੱਕ ਤੌਲੀਆ ਮੋਢੇ ਤੇ ਰੱਖੀ ਫਿਰਦੇ ਹੋ ਕਿਸੇ ਦੇ ਪਿੱਛੇ ਹੱਥ ਸਾਫ਼ ਕਰਾਉਣ? ਕਿਉਂ ਕਿਸੇ ਦੀ ਗੁਲਾਮੀ ਕਰਦੇ? ਦੇ ਦੂ ਤੁਹਾਨੂੰ ਕੋਈ ਦਵਾਨੀ? ਭੁੱਲ ਜਾਓ। ਜਿਹੜਾ ਖੁਦ ਚੋਰ ਹੈ ਬੰਦਾ, ਉਹਨੇ ਤੁਹਾਨੂੰ ਕੀ ਦੇ ਦੇਣਾ? ਜਿਹਦਾ ਬੇਸ ਹੈ ਚੋਰੀ ਦਾ। ਸੋ ਇਹ ਚਾਹੇ ਵੋਟਾਂ ਨੇ, ਚਾਹੇ ਕਿਤੇ ਸੱਚਖੰਡ ਦੀ, ਮੇਰੀ ਇੱਕੋ ਹੀ ਚੀਜ਼ ਇਸ ਦੇਸ਼ ਦੀ ਹੈ, ਓਨਰ ਸਿਸਟਮ ਹੈ। ਓਨਰ ਸਿਸਟਮ ਨੂੰ ਸਲੂਟ ਕਰੋ, ਨਹੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੁਲਾਮ ਕਰਕੇ ਮਰ ਜਾਣਾ। ਇਹੋ ਜਿਹੇ ਬੋਰਡ ਲਾ ਜਾਓਗੇ ਜਿਹਦੇ ਥੱਲੇ ਘਾਹ ਦੀ ਤਿੜ ਵੀ ਨਹੀਂ ਹੋਣੀ। ਅੱਧੇ ਤਾਂ ਲਾਈ ਬੈਠੇ ਹੋ ਤੁਸੀਂ। ਇੱਕੋ ਇੱਕ ਤੁਹਾਡੇ ਕੋਲ ਜ਼ੋਰ ਹੈ ਜਿਹੜਾ 4 ਵਰੇ ਬਾਅਦ ਇਲੈਕਸ਼ਨਾਂ ਹੁੰਦੀਆਂ ਨੇ, ਬਸ। ਹੋਰ ਤੁਹਾਡੇ ਕੋਲ ਕੁਛ ਨਹੀਂ। ਇੱਥੇ ਤੁਸੀਂ ਫਿਜ਼ੀਕਲੀ ਨਹੀਂ ਕਹਿ ਸਕਦੇ, ਕਿਸੇ ਨੂੰ ਮੁਜ਼ਾਹਰਾ ਨਹੀਂ ਕਰ ਸਕਦੇ, ਨਾ ਸਾਡੇ ਕੋਲ ਪੈਸੇ ਨੇ, ਨਾ ਅਸੀਂ ਵਕੀਲ ਕਰਕੇ ਇਨਵੈਸਟੀਗੇਸ਼ਨ ਕਰਾ ਸਕਦੇ ਹਾਂ। ਅਸੀਂ ਕੁਛ ਨਹੀਂ ਕਰ ਸਕਦੇ। ਅਸੀਂ 8 to 5 ਕੰਮ ਕਰਨ ਵਾਲੇ ਬੰਦੇ ਆ, 6 ਦਿਨ ਕਰਦੇ ਆ, 7.5 ਮਿਲੀਅਨ ਸਾਨੂੰ ਮਸਾਂ ਨਹਾਉਣ ਧੋਣ ਨੂੰ ਮਿਲਦਾ। ਜ਼ਿੰਦਗੀ ਇੰਨੀ ਮਹਿੰਗੀ ਹੋ, ਕੀ ਕਰ ਸਕਦੇ ਹੋ? ਵੋਟਾਂ 4 ਸਾਲ ਬਾਅਦ ਜਦ ਪਤਾ ਲੱਗੇ ਵੀ ਫਲਾਣਾ ਬੰਦਾ ਖਰਾਬ ਹੈ, ਉਹਦੀਆਂ ਜੜ੍ਹਾਂ ਪੱਟ ਕੇ ਉਹਨੂੰ ਸਮੁੰਦਰ 'ਚ ਸਿੱਟੋ। ਇੱਕ ਤੁਹਾਡੇ ਹੱਥ 'ਚ ਚੀਜ਼, ਬਸ। ਜੇ ਉਹ ਵੀ ਤੁਸੀਂ ਗਿਵ ਅਪ ਕਰਤੀ, ਡਨ, ਫਿਰ ਮਰਜ਼ੀ ਹੈ ਤੁਹਾਡੀ। ਇੱਕ ਵਿਦਿਆਰਥੀ ਨੇ ਮੈਨੂੰ ਪਿਛਲੇ ਦਿਨੀ ਫੋਨ ਕਰਕੇ ਗੱਲ ਦੱਸੀ, ਕਹਿੰਦੀ ਮੈਂ ਬੇਟੀ ਸੀ, ਕੋਈ ਉਹਦਾ ਮੁਸ਼ਕਲ ਸੀ, ਤੇ ਉਹ ਕਹਿੰਦੀ ਮੈਂ IU ਸੀ 18 'ਚ, ਮੈਨੂੰ $40 ਘੰਟੇ ਦੇ ਕੇ ਇੱਕ ਬੈਂਕਟ ਹਾਲ 'ਚ ਬਿਠਾਤਾ ਕੰਪਿਊਟਰ ਲੈ ਕੇ, ਤੇ ਪਤਾ ਹੀ ਨਹੀਂ ਥੱਬਾ ਕਿੰਨੇ ਪਿੰਨ ਨੰਬਰ ਸੀ, ਤੇ ਮੈਂ ਉੱਥੇ ਬੈਠ ਕੇ ਵੋਟਾਂ ਪਾਈਆਂ। ਕਹਿੰਦੀ ਮੈਂ ਆਪਣੇ ਪਿਓ ਨੂੰ ਕਿਹਾ ਵੀ ਮੈਂ ਤਾਂ ਇੱਥੇ ਪੰਜਾਬ 'ਚ ਤਾਂ ਬੂਥ ਕੈਪਚਰਿੰਗ ਬਹੁਤ ਚਿਰ ਬਾਅਦ ਹੁੰਦੀ ਹੈ, ਇੱਥੇ ਤਾਂ ਸ਼ਰੇਆਮ ਹੋ ਲੀਡਰਸ਼ਿਪ ਦੀ ਰੇਸ ਦੀ ਗੱਲ ਸੀ। ਇਹ ਸਾਰਿਆਂ ਨੂੰ ਪਤਾ ਹੈ, ਉਹਦੇ ਬਾਅਦ ਵੀ ਤੁਸੀਂ ਇਸ ਚੀਜ਼ ਤੇ ਰਿਐਕਟ ਨਹੀਂ ਕਰਦੇ। ਇਹਦਾ ਖਿਆਲ ਰੱਖੋ। ਬਿਲਕੁਲ ਆਪਣਾ ਹੱਕ ਹੈ ਜਿਹੜਾ, ਉਹ ਕਿਸੇ ਨੂੰ ਨਹੀਂ ਦੇਣਾ, ਬਿਲਕੁਲ। ਬਸ ਇਹ ਜ਼ਰੂਰ ਖਿਆਲ ਰੱਖਣਾ। ਅਗਲੀ ਗੱਲ, ਇੰਸ਼ੋਰੈਂਸ ਕੰਪਨੀਆਂ ਹੁਣ ਉਹਨਾਂ ਨੇ ਕੀ ਸ਼ੁਰੂ ਕੀਤਾ? ਹੋਮ ਇੰਸ਼ੋਰੈਂਸ ਦੀ ਗੱਲ ਸੁਣਿਓ ਪਲੀਜ਼, ਸਮਝਿਓ। ਹੋਮ ਇੰਸ਼ੋਰੈਂਸ ਜਿਹੜਾ ਕੀਤਾ ਜਾਂਦਾ ਹੈ, ਘਰ ਦੀ ਕੀਮਤ ਵੇਖ ਕੇ, ਘਰ ਦੀ ਅਸੈਸਮੈਂਟ ਵੇਖ ਕੇ, ਉਹਦੇ ਤੇ ਉਸ ਤੇ ਅਸੈਸਮੈਂਟ ਕਰਕੇ ਫਿਰ ਇੰਸ਼ੋਰੈਂਸ ਕੀਤਾ ਜਾਂਦਾ ਕਿ ਕਿੰਨਾ ਦਾ ਤੁਹਾਡਾ ਘਰ। ਤੇ ਉਹ ਚੀਜ਼ ਦਾ ਖਾਸ ਖਿਆਲ ਰੱਖਣਾ। ਪ੍ਰਾਪਰਟੀ ਟੈਕਸਾਂ ਲਈ ਤੇ ਇੰਸ਼ੋਰੈਂਸ ਦੇ ਲਈ ਇਹ ਕੰਪਨੀਆਂ ਤੁਹਾਡੀ ਅਸੈਸਮੈਂਟ ਵੱਧ ਕਰ ਸਕਦੀਆਂ। ਜਾਂ ਤੁਹਾਨੂੰ ਪਤਾ ਮੇਰੇ ਘਰ ਦੀ ਲੋਟ ਮੈਂ ਇੰਨੇ ਦੀ ਲਈ ਹੈ, ਇੰਨਾ ਮੇਰਾ ਲੋਟ ਨੂੰ ਤਾਂ ਕੋਈ ਹੋਣਾ ਹੀ ਨਹੀਂ, ਚਲੋ ਰੱਬ ਨਾ ਕਰੇ ਕੋਈ ਜਿਹੋ ਜਿਹਾ, ਪਰ ਉਹ ਲੋਟ ਵਿੱਚੇ ਹੁੰਦੀ ਹੈ ਵੀ ਭੁਚਾਲ ਵਗੈਰਾ ਨਾ ਆ ਜਾਵੇ, ਤੇ ਉਸ ਦੀ ਕਵਰੇਜ, ਉਹਦੀ ਕਵਰੇਜ ਨੂੰ, ਫਾਈਨਲ ਅੱਖਰਾਂ ਨੂੰ ਬਹੁਤ ਖਿਆਲ ਨਾਲ ਰੱਖੋ। ਅਸੈਸਮੈਂਟ ਦਾ ਦੇਖੋ। ਫਿਰ ਤੁਹਾਡੇ ਘਰ ਦੀ ਕੰਸਟਰਕਸ਼ਨ ਤੇ $1.5 ਮਿਲੀਅਨ ਹੈ, ਤੇ ਕੰਪਨੀ ਕੰਸਟਰਕਸ਼ਨ ਕਾਸਟ ਕਰ ਰਹੀ ਹੈ ਉਹਦੇ ਤੇ 22-23 ਲੱਖ ਦੀ, ਤਾਂ ਤੁਹਾਡਾ ਜਿਹੜਾ ਪ੍ਰੀਮੀਅਮ ਹੈ ਉਹ ਬਹੁਤ ਵੱਧ ਜਾਣਾ। ਪ੍ਰੀਮੀਅਮ ਵੱਧ ਬਣਦਾ, ਉਨੇ ਵੱਧ ਕਮਿਸ਼ਨ ਬਣਨਾ। ਇਹਨੂੰ ਸਮਝੋ ਕਰ। ਤੇ ਬਿਨਾਂ ਕਿਸੇ ਤੋਂ ਚੈੱਕ ਕੀਤਿਆਂ ਇੱਕ ਹੋਰ ਹੈ, ਆਟੋਮੈਟਿਕ ਰੀਨਿਊ ਵੀ ਹੁੰਦੀ ਹੈ, ਇਹ ਹੋ ਜਾਂਦੀ ਹੈ ਆਪੇ, ਕਿਉਂਕਿ ਕੰਪਨੀਆਂ ਦੇ ਰੂਲ ਨੇ। ਅਗਲੇ ਨੈਕਸਟ ਈਅਰ ਦੇ ਲਈ ਦੁਬਾਰਾ ਫੇਰ ਜਿਹੜਾ ਉਹ ਰੀਨਿਊ ਹੋ ਜਾਂਦੀ। ਸੋ ਇਹ ਜਿਹੜੀ ਚੀਜ਼ ਦਾ ਖਾਸ ਖਿਆਲ ਰੱਖਣਾ ਕਿ ਜਦ ਤੁਸੀਂ ਇੰਸ਼ੋਰੈਂਸ ਕਰਾਉਣੀ ਹੈ, ਇੰਸ਼ੋਰੈਂਸ ਦੇ ਵਿੱਚ ਜਿਹੜਾ
ਹੁਣ ਸਰੀ ਦੇ ਵਿੱਚ ਕੀ ਹੋ ਰਿਹਾ ਹੈ? ਸਰੀ ਦੇ ਵਿੱਚ ਇਹ ਹੋ ਰਿਹਾ ਵੀ ਉਹ ਤੁਹਾਨੂੰ ਵਿਜ਼ਿਟ ਕਰਦੇ ਆ ਵੀ ਤੁਹਾਡੇ ਘਰ 'ਚ ਕਿੰਨੀਆਂ ਬੇਸਮੈਂਟਾਂ ਦੇ ਸਟੂਡੈਂਟ ਕੌਣ ਹੈ, ਕਿੰਨੇ ਜਣੇ ਰਹਿੰਦੇ ਆ, ਇਹ ਵੀ ਉਹ ਵੇਖਦੇ ਆ। ਇਹ ਲੇਟਲੀ ਗੱਲ ਸ਼ੁਰੂ ਹੋਈ ਹੈ, ਉਹਦੇ 'ਚ ਚੈੱਕ ਕਰਦੇ ਆ ਕਿ ਕਿੰਨੇ ਤੁਹਾਡੇ ਜਿਹੜੇ ਬੇਸਮੈਂਟਾਂ ਨੇ ਸਟੂਡੈਂਟ ਕੋਈ ਰਹਿੰਦਾ ਜਾਂ ਨਹੀਂ ਰਹਿੰਦਾ। ਸਟੂਡੈਂਟ ਰਹਿੰਦਾ ਮਤਲਬ ਤਾਂ ਉਸ ਤੇ ਤੁਹਾਨੂੰ ਉਹ ਤੁਹਾਡਾ ਇੰਸ਼ੋਰੈਂਸ ਜਿਹੜਾ ਵੱਧ ਰਿਹਾ, ਬੇਸਮੈਂਟਾਂ ਦਾ ਚੈੱਕ ਕਰ ਰਹੇ ਨੇ। ਸਰ ਇਹ ਵੀ ਖਾਸ ਖਿਆਲ ਰੱਖਣ ਦੀ ਲੋੜ ਹੈ ਕਿ ਬੇਸਮੈਂਟ ਜੇ ਲੀਗਲ ਔਰ ਇਲੀਗਲ ਕੁਛ ਵੀ ਹੈ, ਪਰ ਤੁਸੀਂ ਬੇਸਮੈਂਟ ਦੇ ਪੂਰਾ ਪ੍ਰੋਪਰ ਇਨਫੋਰਮੇਸ਼ਨ ਦੇਣੀ ਹੈ ਕਿ ਕੱਲ ਨੂੰ ਕੋਈ ਰੱਬ ਨਾ ਕਰੋ, ਰੱਬ ਕੋਈ ਇਹੋ ਜਿਹੀ ਗੱਲ ਹੋ ਜਾਵੇ ਤਾਂ ਕੋਈ ਇਹੋ ਜਿਹਾ ਇਸ਼ੂ ਨਾ ਹੋਵੇ ਵੀ ਤੁਹਾਡੇ ਤੋਂ ਇੰਸ਼ੋਰੈਂਸ ਕੰਪਨੀ ਪਰਾਂ ਹੋ ਜਾਵੇ। ਇਹ ਬਹੁਤ ਜ਼ਰੂਰੀ ਹੈ। ਹੁਣ ਲੇਟਲੀ ਕੁਝ ਮੈਸੇਜ ਆਏ ਨੇ ਕਿ ਉਹ ਆ ਕੇ ਖੁਦ ਚੈੱਕ ਕਰਦੇ ਆ ਬਈ ਤੁਹਾਡੇ ਘਰ ਦੇ ਵਿੱਚ ਮੌਰਗੇਜ ਹੈਲਪਰ ਕਿੰਨੇ ਨੇ, ਕੀ ਕੌਣ ਰਹਿੰਦਾ ਹੈ। ਓਬਵੀਅਸਲੀ ਕਰ ਲੈਣ, ਕੋਈ ਇਸ਼ੂ ਨਹੀਂ, ਕਰ ਲੈਣ, ਪਰ ਇਸ ਨੂੰ ਜ਼ਰੂਰ ਤੁਸੀਂ ਵੀ ਆਪਣੇ ਤੌਰ ਤੇ ਉਹ ਚੀਜ਼ ਕਵਰੇਜ ਪੂਰੀ ਕਰਨੀ ਆ ਪ੍ਰੋਪਰ, ਕੋਈ ਇਹ 'ਚ ਕਮੀ ਨਹੀਂ ਛੱਡਣੀ। ਪ੍ਰਭਜੋਤਪਾਲ ਸਿੰਘ ਜੀ ਤੁਸੀਂ 에ਅਰ ਤੇ ਲਾਈਨ ਨੰਬਰ 4। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਿਹੜੇ ਵੋਟਾਂ ਵਾਲਾ ਆ ਉਹਦੇ ਲਈ ਕੀਤਾ ਸੀ, ਪਰ ਆ ਜਿਹੜੇ ਤੁਸੀਂ ਹੁਣ ਗੱਲ ਇੰਸ਼ੋਰੈਂਸ ਚੈੱਕ ਕਰ ਰਹੇ ਹੈਗੇ ਆ, ਇਹ ਜਿੱਦਾਂ ਗੱਲ ਸੁਣ ਕੇ ਮੈਨੂੰ ਥੋੜੀ ਜਿਹੀ ਇਹਦੇ ਵਿੱਚ ਜਿੱਦਾਂ ਗੱਲ ਏਦਾਂ ਲੱਗਦੀ ਹੈ ਵੀ ਕੋਈ ਗੱਲ ਸਹੀ ਨਹੀਂ ਹੈਗੀ। ਏਦਾਂ ਆ ਕੇ ਤੁਹਾਡੇ ਘਰ ਵੜ ਕੇ ਕੋਈ ਦੂਜਾ ਚੈੱਕ ਨਹੀਂ ਕਰ ਸਕਦਾ। ਹਾਂ ਇਹ ਗੱਲ ਜ਼ਰੂਰ ਹੈਗੀ ਆ ਵੀ ਜੇ ਕਿਤੇ ਹਵੇ ਨਾ ਵੀ ਨਾ ਰੱਬ ਨਾ ਕਰੇ ਕੋਈ ਪੁੱਠੀ ਸਿੱਧੀ ਗੱਲ ਹੋ ਜਾਵੇ ਤੇ ਇਹ ਮੁੜ ਕੇ ਤਾਂ ਸਾਰੀ ਉਮਰ ਤੁਸੀਂ ਵਿਕ ਜਾਓਗੇ। ਜੇ ਤੁਸੀਂ ਕਿਸੇ ਨੂੰ ਰੱਖਿਆ ਆ, ਤੁਹਾਡੇ ਘਰ ਵਿੱਚ ਕੋਈ ਹੈਗਾ ਆ, ਰੈਂਟ ਤੇ ਕੋਈ ਦਿੱਤੇ ਆ, ਤਾਂ ਉਹਦੀ ਰਿਪੋਰਟਿੰਗ ਕਰ ਦੇਣੀ ਚਾਹੀਦੀ ਆ। ਇਹ ਸਾਡੀ ਜ਼ਿੰਮੇਵਾਰੀ ਬਣਦੀ ਆ। ਤੇ ਜਦੋਂ ਕੱਲ ਨੂੰ ਤੁਹਾਡਾ ਕਿਤੇ ਰੱਬ ਨਾ ਕਰੇ ਕਲੇਮ ਕਰਨਾ ਪੈ ਗਿਆ ਤਾਂ ਉਹ ਤੁਹਾਡਾ ਕਲੇਮ ਜਿਹੜਾ ਆ ਉਹ ਡਿਕਲਾਈਨ ਹੋ ਜਾਣਾ, ਉਹ ਬਹੁਤ ਵੱਡੀ ਜਗ੍ਹਾ ਉਹਦੇ ਤੇ ਹੋ ਸਕਦੇ ਆ। ਈਵਨ ਪਿੱਛੇ ਜਿਹੇ ਇੱਥੇ ਸਕੈਮ ਵੀ ਹੁੰਦੇ ਸੀ ਕਈ ਵਾਰੀ, ਜਿੱਦਾਂ ਸਰਕਾਰੀ ਜਿੱਦਾਂ ਸਿਟੀ ਵਾਲੇ ਬਣ ਕੇ ਜਾਂ ਕਿੱਦਾਂ ਉਹ ਆ ਜਾਂਦੇ ਆ ਤੇ ਕਹਿੰਦੇ ਅਸੀਂ ਉੱਥੋਂ ਆਏ ਹੈਗੇ ਆ, ਤੇ ਠੱਗੀਆਂ ਵੀ ਇਸ ਤਰ੍ਹਾਂ ਹੁੰਦੀਆਂ ਹੈਗੀਆਂ ਆ। ਜਾਣੀ ਕਿ ਈਵਨ ਜੇ ਤੁਹਾਡੇ ਘਰ ਦੇ ਮੂਹਰੇ ਪੁਲਿਸ ਵੀ ਆ ਜਾਂਦੀ ਆ ਬਿਨਾਂ ਵਾਰੰਟ ਤੋਂ, ਤਾਂ ਤੁਹਾਨੂੰ ਹੱਕ ਹੈਗਾ ਆ, ਤੁਸੀਂ ਉਹਨਾਂ ਨੂੰ ਕਹਿ ਸਕਦੇ ਵੀ ਤੁਸੀਂ ਸਾਡੇ ਘਰ ਦੇ ਅੰਦਰ ਨਹੀਂ ਵੜ ਸਕਦੇ ਬਿਨਾਂ ਵਾਰੰਟ। ਬਿਲਕੁਲ ਠੀਕ ਹੈ। ਇਹਦੇ ਵਿੱਚ ਕੋਈ ਇਸ਼ੂ ਆ ਗੱਲ ਆ। ਜਿਹੜੇ ਹੁਣ ਵੋਟਾਂ ਵਾਲੀ ਗੱਲ ਕੀਤੀ ਆ, ਬਿਲਕੁਲ ਜਦੋਂ ਤੁਸੀਂ ਜਿੱਦਾਂ ਆਪਾਂ ਇੰਡੀਆ ਨੂੰ ਹੁਣ ਤੁਸੀਂ ਦੱਸਿਆ ਸੀ ਉੱਥੇ ਜ਼ਮੀਨਾਂ ਦੇ ਆਪਾਂ ਦੂਜਾ ਮੁਖਤਿਆਰਨਾਮੇ ਲਿਖ ਕੇ ਭੇਜਦੇ, ਜਦੋਂ ਤੁਸੀਂ ਆਪਣਾ ਜਨਮ ਤਰੀਕ, ਆਪਣਾ SIN ਨੰਬਰ ਤੇ ਆਪਣਾ ਐਡਰੈਸ ਨਾ ਦੇ ਦਿੱਤਾ ਤੇ ਉਹ ਮੁਖਤਿਆਰਨਾਮੇ ਤੁਸੀਂ ਕਿਸੇ ਨੂੰ ਦੇ ਦਿੱਤਾ, ਇਸ ਤਰ੍ਹਾਂ ਹੀ ਸਮਝ ਲਓ। ਉਸ ਵੇਲੇ ਉਸ ਤੋਂ ਬਾਅਦ ਤੁਹਾਡੇ ਨਾਂ ਤੇ ਉਹ ਕੋਈ ਜਾਇਦਾਦ ਲੈ ਸਕਦਾ, ਤੁਹਾਡੇ ਨਾਂ ਤੇ ਖਾਤਾ ਚੁੱਕ ਸਕਦਾ, ਜਾਣੀ ਕਿ ਤੁਹਾਨੂੰ ਬੈਂਕ ਕਰਪਟ ਕਰ ਸਕਦਾ, ਤੁਹਾਡੇ ਜਿਹੜੇ ਬੈਂਕਾਂ ਦੇ ਖਾਤੇ ਆ ਉਹਨਾਂ ਨੂੰ ਵੀ ਹੈਕ ਕਰ ਸਕਦਾ ਹੈ। ਤੋਂ ਇਸ ਤੋਂ ਬਚਣ ਦੀ ਲੋੜ ਹੈ। ਤੇ ਦੂਸਰੀ ਜਿਹੜੀ ਵੋਟਾਂ ਵਾਲੀ ਗੱਲ ਆ, ਜਿਹੜਾ ਅਸੀਂ ਉੱਥੇ ਐਫੀਡੇਵਿਟ ਭਰ ਕੇ ਦਿੰਦੇ ਆ ਜਦੋਂ ਵੋਟ ਪਾਉਂਦੇ ਆ, ਇਹ ਗੱਲ ਸਹੀ ਆ, ਉੱਥੇ ਸਾਡੀ ਕੋਈ ਆਇਡੈਂਟੀਫਿਕੇਸ਼ਨ ਨਹੀਂ ਦੇਖੀ ਜਾਂਦੀ, ਇੱਕ ਐਫੀਡੇਵਿਟ ਸਭ ਤੋਂ ਲਿਖਾ ਲਿਆ ਜਾਂਦਾ। ਮੈਂ ਜਿਹੜੇ ਵੋਟਾਂ ਪਾਉਣ ਜਾਂਦੇ ਆ, ਜਿਹੜੇ ਇਸ ਤਰ੍ਹਾਂ ਜਾ ਕੇ ਐਫੀਡੇਵਿਟ ਭਰ ਕੇ ਜਿਹੜੇ ਆ ਧੋਖਾਧੜੀਆਂ ਕਰ ਰਹੇ, ਉਹਨਾਂ ਨੂੰ ਦੱਸਣਾ ਚਾਹੁੰਦਾ ਵੀ ਹਾਂ ਇਹ ਚੰਗੀ ਗੱਲ ਹੈ, ਅੱਜ ਤੇ ਤੁਹਾਡੇ ਤਾਈਂ ਉਹਨਾਂ ਦਾ ਜਿਹੜਾ ਹੱਥ ਨਹੀਂ ਪਹੁੰਚਾ, ਉਹਨਾਂ ਨੂੰ ਸ਼ੱਕ ਨਹੀਂ ਪਈ। ਪਰ ਜੇ ਮੇਰੇ ਵਰਗਾ ਕੋਈ ਮੈਂ ਕਿਸੇ ਨੂੰ ਏਦਾਂ ਦੇਖ ਲਿਆ ਜਾਂ ਮੇਰੇ ਵਰਗੇ ਨੇ ਕਿਸੇ ਨੇ ਦੇਖ ਲਿਆ, ਤੁਹਾਡੀ ਰਿਪੋਰਟ ਕਰ ਦਿੱਤੀ, 10 ਸਾਲ ਦੀ ਕੈਦ ਤੇ 25,000 ਤੋਂ ਮੇਰੇ ਖਿਆਲ ਜੁਰਮਾਨਾ ਸ਼ੁਰੂ ਹੁੰਦਾ ਹੈਗਾ ਆ। ਵੋਟ ਫਰਾਡ ਦਾ ਇਸ ਗੱਲ ਤੋਂ ਸੁਚੇਤ ਰਹੋ। ਇੱਕ ਮਾੜੀ ਮਾੜੀ ਬੱਲੇ ਬੱਲੇ ਪਿੱਛੇ ਇੱਕ ਚਿਕਨ ਦੀ ਲੱਗ ਤੇ ਸ਼ਰਾਬ ਦੇ ਪੈਗ ਪਿੱਛੇ ਜਾ ਕੇ ਜਿਹੜੀਆਂ ਵੋਟਾਂ ਪਾਉਂਦੇ ਆ, ਕਿਤੋਂ ਬਾਜ ਆ ਜਾਓ, ਕਿਸੇ ਨੇ ਤੁਹਾਨੂੰ ਕੁੜਕੀ ਦੇ ਫਸਾ ਲਿਆ, ਮੁੜ ਕੇ ਤੁਹਾਡਾ ਕਿਸੇ ਨੇ ਪੁੱਛਣਾ ਨਹੀਂ ਹੈਗਾ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਫਤਿਹ ਜੀ। ਵਪਾਰਕ ਸੰਦੇਸ਼ ਹੁਣੇ ਆਇਆ। ਫਿਜ਼ੀਕਲੀ ਉਹ ਵਿਜ਼ਿਟ ਨਹੀਂ ਕਰਦੇ, ਫਿਜ਼ੀਕਲੀ ਨਹੀਂ ਵਿਜ਼ਿਟ ਕਰਦੇ, ਸਟੂਡੈਂਟਸ ਨੂੰ ਪੁੱਛ ਲਿਆ। ਮੰਨ ਲਓ ਜਿਵੇਂ ਹੁਣ ਆਪਾਂ 5 ਸਟੂਡੈਂਟ ਇੱਕ ਬੇਸਮੈਂਟ 'ਚ ਰੱਖ ਲਏ, ਇੱਕ ਪਰਿਵਾਰ ਦੇ ਜਿਹੜੇ ਮੈਂਬਰ ਨਹੀਂ ਉਹਨਾਂ ਦੇ ਲਈ ਉਹ ਹੁਣ ਇੰਸ਼ੋਰੈਂਸ ਬਣਾ ਰਹੇ ਨੇ। ਜੇ ਮੰਨ ਲਓ ਵੀ ਤੁਹਾਡੀ ਬੇਸਮੈਂਟ ਦੇ ਵਿੱਚ ਹੁਣ ਆਪਾਂ ਪਰ ਪਰਸਨ ਦੇ ਹਿਸਾਬ ਨਾਲ ਰੱਖਣ ਲੱਗੇ ਹੋਏ ਆ ਨਾ, ਵੀ ਇੱਕ ਬੰਦੇ ਤੋਂ 500 ਲੈਣਾ, 700 ਲੈਣਾ, ਆ ਜਾਓ ਜਿੰਨੇ ਆਉਣੇ ਨੇ, 6 ਆ ਗਏ ਤਾਂ 4200 ਦੇ ਦਿਓ।
ਉਹਨਾਂ ਦਾ ਇੰਸ਼ੋਰੈਂਸ ਦਾ ਇਸ਼ੂ ਪੈ ਰਿਹਾ। ਮਤਲਬ ਉਹ ਕੁਐਸਚਨ ਦੇ ਵਿੱਚ ਉਹਨਾਂ ਦੇ ਆ ਗਿਆ ਇਹ ਹੁਣ ਵੀ ਤੁਹਾਡੀ ਬੇਸਮੈਂਟ ਦੇ ਵਿੱਚ ਕਿੰਨੀਆਂ ਬੇਸਮੈਂਟ ਆ, ਕਿੰਨੇ ਸਟੂਡੈਂਟ ਰਹਿੰਦੇ ਨੇ, ਔਰ ਆਪਾਂ ਨੂੰ ਉਹ 'ਚ ਨੋਟੀਫਾਈ ਠੀਕ ਕਰਨਾ ਚਾਹੀਦਾ। ਇਹ ਜ਼ਰੂਰ ਰੱਖੋ। ਜਗਮੇਲ ਸਿੰਘ ਲਾਈਨ ਨੰਬਰ 2 ਖਾਲਸਾ ਤੁਸੀਂ ਤੇ ਹੋ। ਹਾਂਜੀ ਸਿੰਘ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆ ਜਿਹੜੇ ਪਹਿਲਾਂ ਕਾਲਰ ਬੋਲ ਰਹੇ ਸਨ ਉਹਨਾਂ ਨੇ ਗੱਲ ਬੜੀ ਕਲੀਅਰ ਕਰਤੀ ਕਿ ਜਿਹੜਾ ਇੱਥੇ ਦਾ ਸਿਟੀਜ਼ਨ ਹੈ ਉੱਥੇ ਅਗਰ ਵੋਟ ਪਾਉਂਦਾ ਫੜਿਆ ਗਿਆ ਤਾਂ ਉਹਦਾ ਛੁਟਕਾਰਾ ਕੋਈ ਨਹੀਂ। ਇੱਕ ਨੰਬਰ 2 ਜਿਹੜੀ ਇੱਥੇ ਦੀ ਵੋਟਾਂ, ਮੈਂ ਇਸ ਗੱਲੋਂ ਹੈਰਾਨ ਹੈ ਵੀ ਜਦੋਂ ਵੋਟ ਪਾਉਣ ਕੋਈ ਜਾਂਦਾ ਹੈ ਉਹ ਜਾਂ ਤਾਂ ਸਿਟੀਜ਼ਨਸ਼ਿਪ ਕਾਰਡ ਦੇਖਦੇ ਆ ਜਾਂ ਉਹਦਾ ਘੱਟੋ ਘੱਟ ਪਾਸਪੋਰਟ ਹੋਵੇ। ਜਿਹੜਾ ਉਹਦਾ ਲਿਵਿੰਗ ਐਡਰੈਸ ਹੈਗਾ ਉਹ ਉਹਨੂੰ ਅਪਰੂਵ ਕਰਨਾ ਪਏਗਾ ਵੀ ਮੈਂ 6 ਮਹੀਨੇ ਤੋਂ ਇੱਥੇ ਰਹਿ ਰਿਹਾ। ਤੇ ਜਾਲੀ ਵੋਟ ਕਿਵੇਂ ਪੈਂਦੀ ਹੈ ਇਹ ਸਮਝੋ ਬਾਹਰ ਹੈ। ਸਾਡੇ ਇੱਥੇ ਓਲੀਵਰ ਵਿੱਚ ਤਾਂ ਸਵਾਦ ਹੀ ਨਹੀਂ ਪੈਦਾ ਹੁੰਦਾ ਕੋਈ ਪਾ ਜੇ। ਇੱਕ ਤੇ ਦੂਜਾ ਤੁਹਾਡੀ ਆਵਾਜ਼ ਜਿਹੜੀ ਹੈ ਟਰਾਂਸਮੀਟਰ ਜਿਹੜਾ ਨਵਾਂ ਲੱਗਾ 600 ਕਿਲੋਹਰਟਜ਼ ਦਾ ਉਹ ਤਾਂ ਜ਼ੀਰੋ ਸੁਣਦਾ ਹੀ ਨਹੀਂ ਹੈ, ਸਵਾਲ ਹੀ ਨਹੀਂ, ਕਿਉਂਕਿ ਮੀਡੀਅਮ ਵੇਵ ਦੇ ਵਿੱਚ ਲੋ ਫ੍ਰੀਕੁਐਂਸੀ ਆ ਉਹ। ਅਜੇ ਜੇ 1700 ਕਿਲੋਹਰਟਜ਼ ਵੱਲ ਹੋਵੇ ਫਿਰ ਹੋ ਸਕਦਾ ਸੁਣੇ, ਕਿਉਂਕਿ 1550 ਤਾਂ ਸਾਨੂੰ ਸੁਣਦਾ ਹੈ ਕਿ ਕਾਰ 'ਚ ਸਫ਼ਰ ਕਰਦੇ ਹੋਏ ਸੁਣਦਾ ਹੈ। ਤੇ ਤੁਹਾਡੀ ਆਵਾਜ਼ ਤਾਂ ਅੱਜ ਕੋਲ ਬਹਿ ਕੇ ਵੀ ਨਹੀਂ ਸੁਣਦੀ। ਮੈਂ ਤੁਹਾਨੂੰ ਸੁਣਾਉਣ ਲੱਗਾ ਤੁਹਾਡੀ ਆਵਾਜ਼, ਇਹ ਆ ਲਓ। ਖਾਲਸਾ ਜੀ ਮੈਂ ਸਮਝ ਗਿਆ ਜੀ। ਆਵਾਜ਼ ਤੇ ਮੈਂ ਤੁਹਾਨੂੰ ਹੁਣ ਆ ਦੂਜੇ ਰੇਡੀਓ ਦੀ ਸੁਣਾਉਣਾ। ਇਹ ਆ ਸੁਣੋ। ਅੱਜ ਜੀ ਸਵੇਰੇ ਕੋਈ ਇਹ 'ਚ ਮੁਸ਼ਕਲ ਆ ਗਈ ਤੇ ਜਿਹੜਾ 600 AM ਤੁਸੀਂ ਕਹਿ ਰਹੇ ਹੋ ਸਕਦਾ ਕੁਝ ਏਰੀਆ 'ਚ ਨਾ ਸੁਣਦਾ ਹੋਵੇ ਤੁਹਾਡੇ, ਹਲੇ ਉਹਨੂੰ ਸੈਟਅਪ ਕਰ ਰਹੇ ਨੇ ਤੇ ਹੁਣ ਉਹ ਲੋਕਲ ਤਾਂ ਹੈ ਨਹੀਂ ਤੁਹਾਡਾ, ਪਰ ਮੇਰੇ ਖਿਆਲ ਕੈਮਲੂਪਸ ਦੇ ਵਿੱਚ 1550 ਵੀ ਪਰਸੋਂ ਕਿਸੇ ਨੇ ਮੈਨੂੰ ਕਲਿੱਪ ਭੇਜਿਆ ਸੁਣ ਰਿਹਾ ਸੀ। 600 ਵੀ ਡਿਪੈਂਡ ਕਰਦਾ ਕਈ ਵਾਰ ਤੁਸੀਂ ਕਿੱਥੇ ਹੋ। ਵੈਸੇ 1550 ਤਾਂ ਤੁਹਾਡੇ ਏਰੀਆ 'ਚ ਸੁਣਦਾ ਜ਼ਿਆਦਾ ਹੁੰਦਾ, ਪਰ ਉਹਨਾਂ ਕਲੀਅਰ ਨਹੀਂ। ਪਰ ਐਡੀ ਦੂਰ ਤੁਸੀਂ ਇਸ ਨੂੰ ਵੈਬਸਾਈਟ ਤੇ ਵੀ ਸੁਣ ਸਕਦੇ ਹੋ, ਵੈਬਸਾਈਟ ਤੇ ਗੱਲ ਸੁਣ ਲਓ। ਸਾਹਿਬ ਬਲਵਿੰਦਰ ਸਿੰਘ ਲਾਈਨ ਨੰਬਰ 5। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੋ ਤੁਸੀਂ ਅੱਜ ਜਾਣਕਾਰੀ ਦਿੱਤੀ ਹੈ ਤਾਂ ਤੁਸੀਂ ਬਹੁਤ ਚਿਰ ਦੇ ਪਹਿਲਾਂ ਦਿੰਨੇ ਆ, ਪਰ ਪਤਾ ਨਹੀਂ ਵਿੱਚ ਲੋਕ ਆ ਤੋਂ ਨਹੀਂ ਸਮਝਦੇ। ਹੁਣ ਜੋ ਆਪਾਂ ਨੂੰ ਘਰੇ ਫੋਨ ਝੂਠੇ ਫੋਨ ਹੁੰਦੇ, ਅਸੀਂ CRA ਤੇ ਬੋਲਦੇ ਤੁਹਾਨੂੰ ਅਰੈਸਟ ਕਰ ਲੈਣਾ, ਉਹ ਵੀ ਇਹੀ ਚੀਜ਼ਾਂ ਮੰਗਦੇ ਹੁੰਦੇ ਆਈਡੀ। ਜਦੋਂ ਉਹਨਾਂ ਕੋਲੇ ਆਈਡੀ ਤੁਹਾਡੀ ਚਲੀ ਗਈ ਉਹ ਕੁਝ ਵੀ ਕਰ ਸਕਦੇ। ਕਈ ਬੰਦੇ ਨੇ ਤੁਹਾਡੇ ਰੇੜੀ ਤੋਂ ਦੱਸੋ ਵੀ ਕਿੰਨੇ ਬੈਂਕ ਚੋਂ ਪੈਸੇ ਚੱਕੇ ਗਏ, ਕਿੰਨੇ ਸਾਡੇ ਨਾਲ ਤੇ ਗਲਤ ਕਾਰਡ ਬਣ ਗਏ। ਫੇਰ ਚ ਮੇਲੇ ਸਮਝ ਨਹੀਂ ਆਉਂਦੀ ਵੀ ਲੋਕ ਕਾਹ ਤੋਂ ਆਈਡੀਆਂ ਦੇਈ ਜਾਂਦੇ ਆ। ਇਹ ਤਾਂ ਜਾਣਕਾਰੀ ਆਪ ਨੂੰ ਹਾਸਲ ਚਾਹੀਦੀ। ਮੰਗਣ ਵਾਲਾ ਜੇ ਚਲੋ ਮੰਗੋ ਉਹ ਤਾਂ ਗਲਤ ਹੈ ਹੀ, ਕਾਨੂੰਨੀ ਤੌਰ ਤੇ ਗਲਤ ਆ ਜੀ ਬਿਲਕੁਲ ਹੀ। ਪਰ ਇਹ ਹੁਣ ਜਿਨ੍ਹਾਂ ਲੋਕਾਂ ਦੀਆਂ ਵੋਟਾਂ ਵੀ ਹੈ ਨਹੀਂ, ਉਹ PR ਆ, ਉਹ ਸ਼ਾਮ ਨੂੰ ਵੋਟਾਂ ਮੰਗਦੇ ਫਿਰਦੇ ਹੁੰਦੇ ਆ ਵੀ ਵੋਟਾਂ ਪਾਓ ਆਪਾਂ ਕੰਮ ਕਰਾ ਦਾਂਗੇ। ਤੇ ਕੀ MLA ਜਾਂ MP ਤੁਹਾਡਾ ਕੀ ਕੰਮ ਕਰ ਦੇਣਗੇ? ਖਾਸ ਕਰਕੇ ਆਥਣ ਜਦੋਂ ਵੋਟਾਂ ਦੇ ਨੇੜੇ ਜਾ ਕੇ ਤੁਸੀਂ ਦੇਖੋ 5-5 6-6 ਬੰਦੇ ਘਰਾਂ 'ਚ ਡੋਰ ਨੌਕ ਕਰਕੇ ਪੁੱਛਦੇ ਤੁਹਾਡੀਆਂ ਕਿੰਨੀਆਂ ਵੋਟਾਂ, ਫਲਾਣੇ ਨੂੰ ਵੋਟ ਪਾਓ। ਮੈਂ ਇੱਥੇ ਬੈਠੇ ਸੀ 2-3 ਜਣੇ, ਅਸੀਂ ਕਿਹਾ ਤੁਹਾਡੀ ਵੋਟ, ਕਹਿੰਦੇ ਨਹੀਂ ਸਾਡੀਆਂ ਵੋਟਾਂ ਦਾ ਨਹੀਂ ਅਸੀਂ ਕੰਮ ਕਰਾ ਦਾਂਗੇ। ਮੈਂ ਕਿਹਾ ਤੁਸੀਂ ਯਾਰ ਕੀ ਕੰਮ ਕਰਾਓ? ਕਹਿੰਦੇ ਨਹੀਂ ਫਿਰ ਵੀ ਇੱਜ਼ਤ ਰਹਿ ਜਾਂਦੀ ਆ। ਉਹੀ ਇੰਡੀਆ ਵਾਲੀ ਗੱਲ ਕਰਦੇ ਆ ਸਾਰੇ ਇੱਥੇ ਆ ਕੇ। ਪਰ ਇੱਥੇ ਦੇ ਬੱਚੇ ਨੂੰ ਹੁਣ ਤੁਸੀਂ ਤਾਂ ਬਹੁਤ ਵਧੀਆ ਦੱਸਦੇ ਹੋ। ਜਦੋਂ ਤੁਸੀਂ ID ਆਪਦਾ ਹੁਣ ਬੈਂਕ 'ਚ ਵੀ ਜਾਂਦੇ ਆ, ਉਹ ਇੱਕ ਦੀ ਬਜਾਏ ਹੁਣ 2 ਆਈਡੀਆਂ ਦੇਖਦੇ, ਫਰਾਡ ਦਾ ਕਰਕੇ ਆ। ਪਰ ਫੇਰ ਲੋਕ ਦੇਈ ਜਾਂਦੇ, ਜਿਵੇਂ ਭਾਈ ਬਚਿੱਤਰ ਸਿੰਘ ਦੱਸ ਕੇ ਗਏ ਸੀ, ਰਹਿੰਦੇ ਤੁਸੀਂ ਹੋਰ ਕਿਤੇ, ਭਾਈ ਬੰਦੀ ਤੁਹਾਡੀ ਕੀ ਕਰੂ ਜੇ ਕੱਲ ਨੂੰ ਤੁਹਾਨੂੰ ਉਹਨੇ ਰਗੜਤਾ, ਤੁਹਾਡੇ ਨੇ ਤਾਂ ਕੋਈ ਕਾਰਡ ਜਾਂ ਕੋਈ ਲੋਨ ਲੈ ਲਿਆ ਜਾਂ ਕੋਈ ਹੋਰ ਕਿਸੇ ਗੱਲ 'ਚ ਫਸਾਤਾ, ਫੇਰ ਕਹਿੰਦੇ ਸਾਤੋਂ ਗਲਤੀ ਹੋ ਗਈ। ਓਕੇ ਭਾਈ ਸਾਹਿਬ ਜੀ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਬਹੁਤ ਵਧੀਆ ਹੁੰਦਾ ਤੁਹਾਡਾ ਜੀ। ਧੰਨਵਾਦ ਜੀ। ਸੋ ਮੈਂ ਇਹੀ ਬੇਨਤੀ ਕਰਦਾ ਕਿ ਜਿਹੜੀਆਂ ਇਹ ਇਸ਼ੂ ਆ ਰਹੇ ਨੇ ਨਾ ਕਮਿਊਨਿਟੀ 'ਚ, ਇਹਦੇ ਜੇ ਸ਼ੁਰੂਆਤ ਦੇ ਵਿੱਚ ਇਹ ਨੱਪੇ ਹੁੰਦੇ ਤਾਂ ਇਹ ਕਿਵੇਂ ਆਉਂਦੇ? ਇਹ ਚੀਜ਼ ਅਸੀਂ ਇਹਦਾ ਹਿੱਸਾ ਬਣੇ ਨਾ। ਸ਼ੁਰੂਆਤ ਪਤਾ ਕਦ ਹੋਈ? ਜਾਂ ਨੋਮੀਨੇਸ਼ਨ ਦੇ ਵਿੱਚ ਅੱਜ ਤੋਂ 15 ਵਰੇ ਪਹਿਲਾਂ 18 ਵਰੇ ਇੱਕ ਜਗ੍ਹਾ ਬਹਿ ਕੇ 500-500 ਮੈਂਬਰ ਆ ਦਈ ਫੋਨ, ਉਹ ਲਿਖਾ ਦਾ ਸਹੀ ਤੂੰ ਯਾਰ ਐਡਰੈਸ ਕਮਲਾ ਹੋ ਗਿਆ ਤੂੰ। ਬਸ ਇਸ ਤਰ੍ਹਾਂ ਲਾਗੇ ਸ਼ੁਰੂ ਹੋ ਗਏ। ਬਾ ਉੱਥੋਂ
ਪਹਿਲਾਂ ਉਹ, ਫਿਰ ਉਦੋਂ ਜਿਨ੍ਹਾਂ ਨੇ ਚੋਰੀ ਕਰਨੀ ਸ਼ੁਰੂ ਕਰਤੀ ਉਹਨਾਂ ਨੇ ਅਗਲਾ ਜੁਗਾੜ ਲੱਭ ਲਿਆ, ਡੇਟਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਅੱਜ ਤੋਂ 20 ਵਰ੍ਹੇ ਪਹਿਲਾਂ ਸਾਰੀਆਂ ਚੀਜ਼ਾਂ ਕੰਪਿਊਟਰ ਦੇ ਵਿੱਚ ਸੈੱਟ ਕਰਤੀ। ਨਹੀਂ ਤਾਂ ਸਰਦਾਰ ਜੀ ਜਿਹੜੀਆਂ ਤੁਹਾਡੀ ਮੈਂਬਰਸ਼ਿਪ ਲਿਸਟ ਹੈ, ਉਹ ਪਾਰਟੀ ਜਦ ਤੱਕ ਤੁਹਾਨੂੰ ਮੈਂਬਰਸ਼ਿਪ ਲਿਸਟ ਨਹੀਂ ਦਿੰਦੀ, ਜਦ ਤੱਕ ਤੁਸੀਂ ਕੁਆਲੀਫਾਈ ਹੋ ਕੇ ਆਪਣੇ ਕੈਂਡੀਡੇਟ ਨਹੀਂ ਉਹਨਾਂ ਦਾ ਬਣਦੇ, ਜਦ ਤੱਕ ਨਹੀਂ ਤੁਹਾਨੂੰ ਇਨਫੋਰਮੇਸ਼ਨ ਦਿੰਦੀ ਉਹ ਕਿਸੇ ਦੀ। ਇੰਨੀ ਇੱਥੇ ਰਿਸਟ੍ਰਿਕਸ਼ਨ ਹੈ। ਇੱਥੇ ਪਾਰਟੀਆਂ ਤੋਂ ਕਿਹੜੀ ਮੈਂਬਰਸ਼ਿਪ ਲਿਸਟ ਮੰਗਦਾ ਅਗਲੇ? ਪਹਿਲਾਂ ਜਦ ਹੁਣ ਮੈਂਬਰਸ਼ਿਪ ਲਿਸਟ ਆ ਗਈ ਉਦੋਂ ਸਾਰਾ ਆਪਣੇ ਕੰਪਿਊਟਰ ਤੇ ਰੱਖ ਲੈਣਾ ਤੇ ਉੱਥੋਂ ਫਿਰ ਚੋਰੀਆਂ ਸ਼ੁਰੂ ਹੋਣੀਆਂ ਨੇ। ਪਰ ਇਹਨੂੰ ਹੁਣ ਰੋਕਣਾ ਕਿਹਨੇ ਹੈ? ਕਮਿਊਨਿਟੀ ਨੇ। ਇਸ ਗੱਲ ਤੇ ਕਾਬੂ ਕਿਹਨੇ ਕਰਨਾ ਹੈ? ਕਮਿਊਨਿਟੀ ਨੇ। ਕਿਸੇ ਦੇ ਕਹੇ ਤੇ ਵੋਟ ਨਾ ਪਾਓ, ਕਿਸੇ ਨੂੰ ਆਪਣੀ ਆਇਡੈਂਟੀਫਿਕੇਸ਼ਨ ਨਾ ਦਿਓ। ਦੇਖੋ ਤੁਹਾਡੇ ਹਲਕੇ ਦੇ ਜਿਹੜੇ ਜਿੰਨੀਆਂ ਪਾਰਟੀਆਂ ਦੇ ਬੰਦੇ ਖੜੇ ਆ ਕੈਂਡੀਡੇਟ, ਉਹ ਕੀ ਕਰ ਰਹੇ ਆ, ਉਹਨਾਂ ਦਾ ਕੀ ਸੋਚਣਾ। ਤੇ ਮੀਡੀਆ ਦੀ ਕਹੀ ਗੱਲ ਨੂੰ ਛਾਣਿਓ ਸਵਾਰ ਕੇ। ਇਹ ਵੀ ਸੁਣ ਲਿਓ, ਇਹ ਹੁਣ ਮਹੀਨਾ ਜਿਹੜਾ ਕਰਪਸ਼ਨ ਹੋ ਜਾਂਦੀ ਹੈ, ਪੈਸੇ ਕੈਂਡੀਡੇਟ ਜਿਨ੍ਹਾਂ ਕੋਲ ਪੈਸੇ ਨੇ ਖਰੀਦ ਲੈਂਦੇ ਆ ਸ਼ੋਅ ਦੇ ਸ਼ੋਅ, ਤੇ ਉਹਦੇ ਤੇ ਫਿਰ ਗਲਤ ਇਨਫੋਰਮੇਸ਼ਨ ਹੁੰਦੀ ਹੈ। ਇਹਦਾ ਵੀ ਖਿਆਲ ਰੱਖਿਓ। ਜਿਹੜਾ ਕੋਈ ਫੈਕਟ ਹੁੰਦਾ ਇਹ ਗੱਲ ਇਸ ਵਾਰ ਝਠਲਾ ਦਿਓ ਵੀ ਜੇ ਸਾਰਾ ਦਿਨ ਇੱਕ ਕੈਂਡੀਡੇਟ ਦੇ ਹੱਕ 'ਚ ਗੱਲ ਅਸੀਂ ਕਰਦੀ ਅਸੀਂ ਜਿਤਾ ਦਾਂਗੇ ਉਹਨੂੰ। ਇਹ ਚੀਜ਼ ਨੂੰ ਐਤਕੀ ਬੰਦ ਕਰੋ। ਫੈਕਟਸ ਚੈੱਕ ਕਰੋ, ਕਿਹੜੀ ਪਾਰਟੀ ਨੇ ਕੀ ਕੀਤਾ, ਕਿਹੜੀ ਪਾਰਟੀ ਨੇ ਕੀ ਕੀਤਾ, ਕਿਹੜਾ ਕੈਂਡੀਡੇਟ ਕੀ ਕਰ ਰਿਹਾ, ਕਿਹੜਾ ਕਹਿੰਦੇ, ਫਿਰ ਵੋਟ ਪਾਓ। ਇਹ ਜ਼ਰੂਰ ਖਿਆਲ ਰੱਖੋ। ਜੇ ਤੁਸੀਂ ਇਹ ਚੀਜ਼ਾਂ ਰੋਕਦੇ ਨਹੀਂ, ਤੁਸੀਂ ਇਸ ਚੀਜ਼ ਦਾ ਹਿੱਸਾ ਹੋ। ਫਿਰ ਇਹ ਕੀ ਗੱਲ ਹੋ ਗਈ, ਮੇਰੇ ਕੋਲ $50,000 ਆ, ਮੈਂ ਕਿਸੇ ਅਖਬਾਰ ਵਾਲੇ ਨੂੰ, ਕਿਸੇ ਰੇਡੀਓ ਵਾਲੇ ਨੂੰ ਦੇਤਾ ਤੇ ਉੱਥੇ ਮੇਰੇ ਹੱਕ 'ਚ 20 ਦਿਨ ਗੱਲ ਹੋਈ ਵੀ ਤੇ ਮੈਂ ਜਿੱਤ ਜੂ। ਇਹਦਾ ਮਤਲਬ ਪੈਸੇ ਵਾਲਾ ਜਿੱਤ ਗਿਆ। ਫਿਰ ਗਰੀਬ ਤਾਂ ਫਿਰ ਕਦੇ ਵੀ ਨਹੀਂ ਆਊਗਾ ਲਾਈਨ 'ਚ, ਜਿਹੜਾ ਸੱਚਾ ਤੇ ਕਮਿਊਨਿਟੀ ਨੂੰ ਸਰਵ ਕੋਈ ਕਰਨਾ ਚਾਹੁੰਦਾ ਹੈ। ਔਰ ਇਹ ਧਨਾੜ ਬੰਦੇ ਉਹ ਆ ਕੇ ਗੱਲ ਫਲਾਉਂਦੇ, ਲਾ ਫਲਾਣਾ ਬੰਦਾ ਉਹ ਤਾਂ ਬਸ ਜਿਹਦੇ ਪਿੱਛੇ ਪੈ ਜਾਂਦੇ ਨੇ ਉਹਦਾ ਫਿਰ ਜਿਤਾ ਕੇ ਛੱਡਦੇ ਨੇ। ਲੈ ਦੱਸ, ਕਰੁੱਕ ਬੰਦੇ ਇਹ ਗੱਲ ਬਾਹਰ ਕਰਦੇ ਆ। ਇਹ ਕਮਿਊਨਿਟੀ ਨੂੰ ਚਾਹੀਦਾ ਇਸ ਚੀਜ਼ ਤੇ ਪਹਿਰਾ ਦੇਵੇ। ਇਹ ਸੀ ਸੌਰੀ ਜੀ, ਕੁਛ ਆਵਾਜ਼ ਦੀ ਕੋਈ ਕਹਿੰਦੇ ਮੁਸ਼ਕਲ ਆ ਰਹੀ ਹੈ, ਬਾਹਰ ਆਵਾਜ਼ ਘੱਟ ਆ ਰਹੀ ਹੈ। ਖਾਲਸਾ ਜੀ ਸੁਣਾ ਰਹੇ ਸੀ ਮੈਨੂੰ ਟਿਊਨ ਇਨ ਤੇ, ਮੈਂ ਸੁਨੇਹਾ ਭੇਜਿਆ, ਚੈੱਕ ਕਰਦੇ ਹਾਂ ਜੀ ਤੇ ਕੱਲ ਤੱਕ ਹੋਰ ਠੀਕ ਹੋ ਜਾਏਗੀ। ਅਖੀਰ 'ਚ ਕੁਲਦੀਪ ਮਾਨਕ ਤੁਹਾਡੇ ਲਈ, ਰੱਬ ਰੱਖਾ।